ਕੋਈ ਵੀ ਇਨਸਾਨ ਸਾਧਾਰਨ ਤੌਰ 'ਤੇ ਇਹ ਮੰਨਣ ਲਈ ਤਿਆਰ ਨਹੀਂ ਕਿ ਮੈਂ ਕਿਸੇ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ। ਤੇ ਇਸ ਦੇ ਪਿੱਛੇ ਹਰ ਵਿਅਕਤੀ ਦੀ ਆਪਣੀ ਦਲੀਲ ਵੀ ਹੈ, ਤਰਕ ਵੀ ਹੈ। ਉਹ 20 ਦਲੀਲਾਂ ਦੇਵੇਗਾ ਕਿ ਦੇਖੋ, ਸੁੱਤੇ ਬੰਦੇ ਦੀਆਂ ਅੱਖਾਂ ਬੰਦ ਹੁੰਦੀਆਂ ਨੇ, ਉਸ ਦਾ ਸਰੀਰ ਨਿਸਲ ਹੋਇਆ ਹੁੰਦਾ ਹੈ, ਉਹ ਚੱਲਦਾ ਫਿਰਦਾ ਨਹੀਂ, ਕੋਈ ਕੰਮਕਾਰ ਨਹੀਂ ਕਰਦਾ, ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ, ਕੇਵਲ ਸਰੀਰ ਮੰਜੇ 'ਤੇ ਪਿਆ ਹੈ, ਸੇਜਾਂ 'ਤੇ ਲੇਟਿਆ ਹੈ ਔਰ ਨੀਂਦਰ ਵਿੱਚ ਗਿਆ ਹੋਇਆ ਹੈ। ਮੈਂ ਚੱਲਦਾ ਫਿਰਦਾ ਹਾਂ, ਬੋਲਦਾ ਹਾਂ, ਸੁਣਦਾ ਹਾਂ, ਦੁਨੀਆ ਦੇ ਕੰਮਕਾਜ ਕਰਦਾ ਹਾਂ। ਜਿਸ ਵੇਲੇ ਉਸ ਵੇਲੇ ਨੂੰ ਵੀ ਕੋਈ ਆਖੇ ਕਿ ਮੈਂ ਸੁੱਤਾ ਪਿਆ ਹਾਂ, ਇਹ ਗੱਲ ਮੈਨੂੰ ਹਜ਼ਮ ਨਹੀਂ ਹੁੰਦੀ। ਕਿਵੇਂ ਮੰਨ ਲਵਾਂ? ਸਧਾਰਨ ਤੌਰ 'ਤੇ ਦੇਖਿਆ, ਪ੍ਰਾਣੀ ਦੀਆਂ ਇਹਨਾਂ ਦਲੀਲਾਂ ਵਿੱਚ ਵਜ਼ਨ ਵੀ ਜਾਪਦਾ ਹੈ ਕਿ ਗੱਲ ਤਾਂ ਉਹ ਵੀ ਆਪਣੇ ਲੈਵਲ ਤੋਂ ਆਪਣੀ ਸੋਚ ਮੁਤਾਬਕ ਸੱਚ ਹੀ ਕਰ ਰਿਹਾ ਹੈ, ਲੇਕਿਨ ਥੋੜ੍ਹੀ ਜਿਹੀ ਬਾਰੀਕ ਬਿਰਤੀ ਨਾਲ, ਬਾਰੀਕ ਬੀਨੀ ਨਾਲ ਦੇਖੋ, ਜਿਸ ਨੂੰ ਅਸੀਂ ਸਧਾਰਨ ਤੌਰ 'ਤੇ ਸੁੱਤਾ ਹੋਇਆ ਆਦਮੀ ਆਖਦੇ ਹਾਂ, ਸੁਣਦਾ ਉਹ ਵੀ ਹੈ। ਤੁਸੀਂ ਆਖੋਗੇ ਕਿਵੇਂ? ਉਸ ਅੰਦਰ ਇਤਨਾ ਕੁ ਅਵੇਸਲਾਪਣ ਜ਼ਰੂਰ ਆ ਗਿਆ ਹੈ ਕਿ ਜੋ ਆਮ ਗੱਲਾਂ ਬਾਤਾਂ ਨੇ, ਉਹ ਨੀਂਦਰ ਵਿੱਚ ਗਏ ਨੂੰ ਨਹੀਂ ਸੁਣਾਈ ਦਿੰਦੀਆਂ ਸੁਰਤ ਤੱਕ। ਕੰਨਾਂ ਦੇ ਪਰਦਿਆਂ ਨਾਲ ਤਾਂ ਆਵਾਜ਼ ਟਕਰਾਉਂਦੀ ਹੀ ਹੈ, ਲੇਕਿਨ ਜਦੋਂ ਤੁਸੀਂ ਉਸ ਦਾ ਨਾਮ ਲੈ ਕੇ ਬੁਲਾਉਂਦੇ ਹੋ, ਜਾਂ ਇੰਝ ਕਹਿ ਲਓ ਥੋੜ੍ਹੀ ਜ਼ੋਰ ਨਾਲ ਆਵਾਜ਼ ਦਿੰਦੇ ਹੋ, ਤਾਂ ਉਸ ਨੂੰ ਸੁਣਾਈ ਦਿੰਦੀ ਹੈ। ਕੋਈ ਖੜਕਾ ਜ਼ੋਰ ਦਾ ਹੁੰਦਾ ਹੈ, ਕੋਈ ਆਵਾਜ਼ ਜ਼ੋਰ ਦੀ ਆਉਂਦੀ ਹੈ, ਉਸ ਦਾ ਨਾਮ ਲੈ ਕੇ ਕੋਈ ਬੁਲਾਉਂਦਾ ਹੈ, ਤਾਂ ਸੁੱਤੇ ਹੋਏ ਵਿਅਕਤੀ ਨੂੰ ਸੁਣਾਈ ਦਿੰਦਾ ਹੈ। ਨਹੀਂ ਤਾਂ ਅਸੀਂ ਕਿਸੇ ਸੁੱਤੇ ਨੂੰ ਜਗਾ ਨਾ ਸਕੀਏ। ਅਲਾਰਮ ਲਾ ਕੇ ਸੌਂਦੇ ਹਾਂ ਕਈ ਵਾਰੀ ਕਈ ਵਿਅਕਤੀ, ਤਾਂ ਕਾਰਨ ਇੰਨਾ ਹੀ ਹੈ ਕਿ ਸੁੱਤੇ ਹੋਇਆਂ ਨੂੰ ਵੀ ਇਹ ਅਲਾਰਮ ਦੀ ਆਵਾਜ਼ ਸੁਣਾਈ ਦੇ ਦੇਵੇਗੀ, ਉੱਠ ਖੜੇ ਹੋਵਾਂਗੇ। ਇਸ ਦਾ ਮਤਲਬ ਇਤਨਾ ਹੀ ਹੈ ਕਿ ਸੁਣਦਾ ਜ਼ਰੂਰ ਹੈ ਸੁੱਤੇ ਨੂੰ, ਕੇਵਲ ਲੈਵਲ ਦਾ ਅੰਤਰ ਪੈ ਜਾਂਦਾ ਹੈ। ਇਸ ਤੋਂ ਵੀ ਇੱਕ ਬੜਾ ਵੱਡਾ ਅਧਿਆਤਮਕ ਸਬਕ ਮਿਲਦਾ, ਤੇ ਇਸ ਸਬਕ ਨੂੰ ਸਮਝ ਕੇ ਕਮਾਉਣ ਦੀ ਜ਼ਰੂਰਤ ਹੈ, ਬੜਾ ਕੰਮ ਆਵੇਗਾ। ਸੁੱਤੇ ਹੋਏ ਆਦਮੀ ਦੇ ਕੰਨਾਂ ਤੱਕ ਵੀ ਆਵਾਜ਼ ਟਕਰਾਈ, ਆਮ ਆਵਾਜ਼ ਵੀ ਉਤਨੀ ਹੀ ਟਕਰਾਈ ਜਿਤਨੀ ਜਾਗਦੇ ਦੇ ਸੀ, ਲੇਕਿਨ ਉਸ ਦੀ ਹੋਸ਼ ਵਿੱਚ ਇੱਕ ਅੰਤਰ ਹੈ ਜਾਗਣ ਤੇ ਸੌਣ ਦਾ, ਜਿਸ ਕਾਰਨ ਕੰਨਾਂ ਦੇ ਪਰਦਿਆਂ ਨਾਲ ਟਕਰਾਉਣ ਦੇ ਬਾਵਜੂਦ ਉਹ ਆਵਾਜ਼ ਉਸਨੇ ਗ੍ਰਹਿਣ ਨਹੀਂ ਕੀਤੀ। ਉਹ ਜਾਗ ਕੇ ਸੁਣਦਾ ਹੁੰਦਾ ਤਾਂ ਇਸ ਆਵਾਜ਼ ਦੇ ਅਰਥ ਵੀ ਕਰ ਲੈਂਦਾ।
ਇਸ ਦਾ ਮਤਲਬ ਹੈ ਸਾਡੇ ਸੁਣਨ ਦੇ ਮਿਆਰ ਵਿੱਚ ਅੰਤਰ ਆਉਂਦਾ ਹੈ। ਜੇ ਤੁਸੀਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਸੁਰਤ ਨਾਲ, ਹੋਸ਼ ਨਾਲ ਭਰਨ ਦਾ ਯਤਨ ਕਰਕੇ ਦੇਖੋ। ਅਸੀਂ ਹੋਸ਼ ਵਿੱਚ ਪੂਰਨ ਤੌਰ 'ਤੇ ਨਹੀਂ ਵਿਚਰਦੇ। ਆਦਮੀ ਬੈਠਾ ਹੈ, ਪੈਰ ਹਿੱਲ ਰਿਹਾ ਹੈ, ਉਸ ਨੂੰ ਪਤਾ ਹੀ ਨਹੀਂ। ਜਿਸ ਮਨੁੱਖ ਨੂੰ ਇੰਨਾ ਨਹੀਂ ਪਤਾ ਕਿ ਬਿਨਾਂ ਕਾਰਨ ਤੋਂ ਬੈਠਿਆਂ ਮੇਰਾ ਹੱਥ ਹਿੱਲ ਰਿਹਾ ਹੈ, ਪੈਰ ਹਿੱਲਦਾ ਹੈ, ਮੈਂ ਟਿਕ ਕੇ ਬੈਠਾ ਹੋਇਆ ਵੀ ਨਹੀਂ, ਉਸ ਦੀ ਸੁਰਤ ਕਿੰਨੀ ਕੁ ਟਿਕੀ ਹੋਈ ਹੋਵੇਗੀ। ਇੱਕ ਪ੍ਰਯੋਗ ਇੱਥੋਂ ਹੀ ਸ਼ੁਰੂ ਕਰ ਲਿਆ ਜਾਏ ਕਿ ਪੂਰੇ ਸਰੀਰ ਵਾਸਤੇ ਸਾਵਧਾਨ ਹੋ ਜਾਇਆ ਜਾਵੇ। ਮੇਰੀ ਮਰਜ਼ੀ ਤੋਂ ਬਗੈਰ, ਮੇਰੇ ਜਾਣਨ ਤੋਂ ਬਿਨਾਂ ਮੇਰਾ ਹੱਥ, ਪੈਰ, ਅੱਖ, ਕੋਈ ਵੀ ਸਰੀਰ ਦਾ ਭਾਗ ਹਿੱਲੇਗਾ ਡੁੱਲੇਗਾ ਨਹੀਂ। ਇਸ ਦਾ ਮਤਲਬ ਹੋਇਆ ਅਸੀਂ ਸਰੀਰ ਵਾਸਤੇ ਕੁਝ ਵਧੇਰੇ ਹੋਸ਼ ਪੂਰਵਕ ਜਾਗਰਤ ਹੋ ਗਏ ਹਾਂ। ਹੋਸ਼ ਪੂਰਵਕ ਹੋਣ ਦਾ ਮਤਲਬ ਹੀ ਹੈ ਜਾਗਰੂਕ ਹੋ ਜਾਣਾ, ਜਾਗਰਤ ਹੋ ਜਾਣਾ। ਜਦੋਂ ਇਹ ਜਾਗਰੂਕਤਾ ਵੱਧਦੀ ਹੈ, ਧਿਆਨ ਕੰਨਾਂ 'ਤੇ ਲੈ ਜਾਓ, ਬਹੁਤ ਕੁਝ ਸੁਣੋਗੇ ਜੋ ਆਮ ਤੌਰ 'ਤੇ ਅਸੀਂ ਸੁਣਦੇ ਨਹੀਂ। ਜਿੰਨੀ ਮਨੁੱਖ ਅੰਦਰ ਹੋਸ਼ ਪ੍ਰਬਲ ਹੋ ਜਾਏਗੀ, ਵਧੇਰੇ ਹੋ ਜਾਵੇਗੀ, ਉਤਨੀ ਜਾਣਕਾਰੀ ਦਾ ਦਾਇਰਾ ਉਸ ਦਾ ਵਧੇਗਾ, ਕਿਉਂਕਿ ਹਰ ਇੰਦਰੀ ਨੇ ਉਹ ਖਬਰ ਉਸ ਤੱਕ ਪਹੁੰਚਾ ਦੇਣੀ ਹੈ ਜੋ ਆਮ ਵਿਅਕਤੀ ਗ੍ਰਹਿਣ ਨਹੀਂ ਕਰ ਰਿਹਾ। ਪਹੁੰਚ ਤਿੰਨਾਂ ਤੱਕ ਵੀ ਰਹੀ ਹੈ, ਪਰ ਉਹ ਇਤਨੇ ਹੋਸ਼ ਵਿੱਚ ਨਹੀਂ। ਸੰਤ ਪੂਰਨ ਹੋਸ਼ ਵਿੱਚ ਜਿਉਂਦਾ ਹੈ। ਇਸ ਲਈ ਕੁਦਰਤ ਦੇ ਕਣ ਕਣ ਵਿੱਚ ਵਰਤਦੇ ਕ੍ਰਿਸ਼ਮੇ ਉਸ ਦੇ ਸਾਹਮਣੇ ਪ੍ਰਗਟ ਹੋ ਜਾਂਦੇ ਹਨ ਜੋ ਸਾਨੂੰ ਦਿਖਾਈ ਹੀ ਨਹੀਂ ਦਿੰਦੇ। ਅਧਿਆਤਮ ਦੀ, ਧਰਮ ਦੀ ਦੁਨੀਆ ਬੜੀ ਸੂਖਮ ਹੈ, ਪਰ ਅਸੀਂ ਨੀਂਦਰ ਦੀ ਗੱਲ ਕਰ ਰਹੇ ਸਾਂ। ਨੀਂਦ ਵਿੱਚ ਵੀ ਕੰਨ ਸੁਣਦੇ ਨੇ, ਨੀਂਦ ਵਿੱਚ ਵੀ ਕੋਈ ਸਪਰਸ਼ ਕਰੇ ਪਤਾ ਲੱਗਦਾ ਹੈ। ਹਾਂ, ਲੈਵਲ ਦਾ ਅੰਤਰ ਜ਼ਰੂਰ ਹੈ, ਮਿਆਰ ਦਾ ਫਰਕ ਹੈ। ਸੁਤੇ ਸਿੱਧ ਸਰੀਰ ਹਿੱਲ ਕੇ ਦੂਜੇ ਪਾਸੇ ਹੋ ਜਾਂਦਾ, ਇੱਕ ਪਾਸੇ ਥਕਾਵਟ ਮਹਿਸੂਸ ਕੀਤੀ ਹੈ। ਆਟੋਮੈਟਿਕਲੀ ਸਾਰੀ ਰਾਤ ਆਦਮੀ ਕਿਉਂ ਪਾਸਾ ਪਰਤ ਲੈਂਦਾ ਹੈ? ਕਿਉਂਕਿ ਕੋਈ ਨਾ ਕੋਈ ਅੰਦਰ ਜਾਣਕਾਰੀ ਉਸ ਤੱਕ ਪਹੁੰਚ ਰਹੀ ਹੈ, ਉਸ ਲੈਵਲ ਤੱਕ ਉਸ ਦੀ ਹੋਸ਼ ਹੈ। ਪਰ ਸਰੀਰ ਨੂੰ ਵਿਸਰਾਮ ਦੀ ਵੀ ਜ਼ਰੂਰਤ ਸੀ, ਇਸ ਲਈ ਉਹ ਆਰਾਮ ਵਿੱਚ ਚਲਾ ਗਿਆ। ਨੀਂਦ ਵਿੱਚ ਅਸੀਂ ਦੇਖਦੇ ਵੀ ਹਾਂ। ਅੱਖਾਂ ਦੇ ਪਰਦੇ ਬਾਹਰੋਂ ਭਾਵੇਂ ਬੰਦ ਹੋਣ, ਪਰ ਜਦੋਂ ਕੋਈ ਵਿਅਕਤੀ ਸੁਪਨਾ ਦੇਖ ਰਿਹਾ ਹੋਵੇ, ਤੁਸੀਂ ਸੁੱਤੇ ਪਏ ਆਦਮੀ ਦੀਆਂ ਅੱਖਾਂ ਵੱਲ ਗੌਰ ਨਾਲ ਤੱਕ ਕੇ ਦੱਸ ਸਕਦੇ ਹੋ ਕਿ ਇਹ ਇਸ ਵੇਲੇ ਸੁਪਨਾ ਦੇਖ ਰਿਹਾ ਹੈ। ਬੜਾ ਆਸਾਨ ਜਿਹਾ ਤਰੀਕਾ ਹੈ ਇਹ ਜਾਣਨ ਦਾ। ਸੁੱਤੇ ਹੋਏ ਆਦਮੀ ਦੀ ਅੱਖ ਦੀ ਅੰਦਰਲੀ ਪੁਤਲੀ ਜੋ ਹੈ, ਦੋਹਾਂ ਅੱਖਾਂ ਦੀ, ਉਹ ਦੋਵੇਂ ਪੁਤਲੀਆਂ ਹਿਲਦੀਆਂ ਹਨ। ਅੰਦਰ ਹਰਕਤ ਹੈ, ਜਿਵੇਂ ਜਾਗ ਕੇ ਦੇਖਦਾ ਸੀ। ਹੁਣ ਕਿਉਂਕਿ ਦ੍ਰਿਸ਼ ਬਾਹਰੋਂ ਨਹੀਂ ਦੇਖ ਰਿਹਾ, ਮਨ ਦੀ ਕਲਪਨਾ ਦਾ ਹੈ, ਇਸ ਲਈ ਬਾਹਰਲੀਆਂ ਚਿਮਣੀਆਂ ਖੋਲ੍ਹਣ ਦੀ ਜ਼ਰੂਰਤ ਨਹੀਂ ਪਈ। ਲੇਕਿਨ ਅੰਦਰ ਹਰਕਤ ਉਹੀ ਚੱਲ ਰਹੀ ਹੈ। ਸੁੱਤਾ ਹੋਇਆ ਆਦਮੀ ਵੇਖਦਾ ਵੀ ਹੈ, ਸੁਣਦਾ ਵੀ ਹੈ, ਸਪਰਸ਼ ਵੀ ਕਰਦਾ ਹੈ, ਗੰਧ ਸੁਗੰਧ ਦਾ ਅਹਿਸਾਸ ਵੀ ਉਸ ਨੂੰ ਹੁੰਦਾ ਹੈ। ਬਸ ਇੱਥੇ ਵੀ ਲੈਵਲ ਦਾ ਹੀ ਅੰਤਰ ਹੈ। ਸੁੱਤੇ ਪਏ ਆਦਮੀ ਦੇ ਨੱਕ ਪਾਸ ਕੋਈ
ਸਟਰੋਂਗ ਸਮੈਲ ਤੁਸੀਂ ਕਰਦੇ ਹੋ, ਜਾਗ ਪਵੇਗਾ। ਬੇਹੋਸ਼ ਆਦਮੀ ਨੂੰ ਹੋਸ਼ ਵਿੱਚ ਲਿਆਉਣ ਵਾਸਤੇ ਪ੍ਰਾਚੀਨ ਸਮਿਆਂ ਤੋਂ ਵੈਦ ਲੋਕ ਸਮੈਲ ਦਾ ਇਸਤੇਮਾਲ ਕਰਦੇ ਰਹੇ ਨੇ। ਇਸ ਦਾ ਮਤਲਬ ਹੈ ਨੱਕ ਨੇ ਖਬਰ ਅੰਦਰ ਪਹੁੰਚਾਈ ਹੈ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਇਹ ਆਖਣ ਲਈ ਮਜਬੂਰ ਹਾਂ ਕਿ ਆਦਮੀ ਸੁੱਤਾ ਹੋਇਆ ਸੀ। ਜਗਾ ਲਿਆ ਗਿਆ, ਲੇਕਿਨ ਸੀ ਸੁੱਤਾ ਹੋਇਆ। ਸੁੱਤਾ ਹੋਇਆ ਆਦਮੀ ਐਸਾ ਵੀ ਹੋ ਸਕਦਾ ਹੈ ਕਿ ਉਹ ਚੱਲ ਫਿਰ ਵੀ ਲਵੇ। ਕਈ ਵਿਅਕਤੀਆਂ ਨੂੰ ਨੀਂਦ ਵਿੱਚ ਚੱਲਣ ਦੀ ਆਦਤ ਹੈ। ਤੁਸੀਂ ਹੈਰਾਨ ਹੋਵੋਗੇ, ਸੁੱਤਾ ਹੋਇਆ ਬਿਸਤਰ ਵਿੱਚੋਂ ਉੱਠਦਾ ਹੈ, ਗਾਰਡਨ ਵਿੱਚ ਕੰਮ ਕਰਕੇ ਵਾਪਸ ਆ ਕੇ ਸੌਂ ਜਾਂਦਾ ਹੈ, ਕੋਈ ਪਤਾ ਨਹੀਂ। ਸਵੇਰੇ ਦੇਖ ਕੇ ਹੈਰਾਨ ਹੁੰਦੇ ਨੇ ਘਰ ਦੇ ਜੀ, ਇਹ ਕੌਣ ਕੰਮ ਕਰ ਗਿਆ ਹੈ। ਕਿਚਨ ਵਿੱਚ ਕੰਮ ਕਰ ਆਉਂਦਾ। ਐਸੇ ਲੋਕਾਂ ਬਾਰੇ ਵੀ ਜ਼ਿਕਰ ਆਉਂਦਾ ਹੈ ਜੋ ਕੱਪੜੇ ਪ੍ਰੈਸ ਕਰਕੇ ਫਿਰ ਸੌਂ ਜਾਂਦੇ ਨੇ, ਸੁੱਤੇ ਹੋਏ ਹੀ ਕਰ ਆਉਂਦੇ ਨੇ। ਜਿਸ ਵੇਲੇ ਪ੍ਰੈਸ ਕੀਤੇ ਅੱਖਾਂ ਵੀ ਖੁੱਲੀਆਂ ਸਨ, ਹੱਥ ਵੀ ਕੰਮ ਕਰਦੇ ਸੀ, ਕੱਪੜਾ ਸੜਿਆ ਵੀ ਕੋਈ ਨਹੀਂ, ਪਰ ਨੀਂਦਰ ਵੀ ਚੱਲ ਰਹੀ ਹੈ। ਨੀਂਦ ਵਿੱਚ ਵੀ ਲੋਕ ਚੱਲਦੇ ਫਿਰਦੇ ਕਈ ਹਨ। ਇਸ ਲਈ ਸਾਡੀ ਇਹ ਦਲੀਲ ਕਿ ਅਸੀਂ ਸੁੱਤੇ ਹੋਏ ਕਿਵੇਂ ਹਾਂ। ਸੁਣਦੇ ਹਾਂ, ਵੇਖਦੇ ਹਾਂ, ਚੱਲਦੇ ਫਿਰਦੇ ਹਾਂ, ਕੰਮ ਕਾਜ ਕਰਦੇ ਹਾਂ, ਜ਼ਿੰਮੇਵਾਰੀਆਂ ਨਿਭਾਉਂਦੇ ਹਾਂ। ਸਾਨੂੰ ਕੌਣ ਆਖ ਸਕਦਾ ਹੈ ਕਿ ਅਸੀਂ ਸੁੱਤੇ ਪਏ ਹਾਂ। ਲੇਕਿਨ ਸਤਿਗੁਰੂ ਜੀ ਨੇ ਆਖਿਆ ਹੈ, ਕਿਉਂਕਿ ਜਿਹੜਾ ਹੋਸ਼ ਦਾ ਸਾਡਾ ਮਿਆਰ ਹੈ ਉਹ ਤਕਰੀਬਨ ਇੱਕ ਨੀਂਦ ਵਾਲਾ ਹੈ। ਨੀਂਦ ਦੀਆਂ ਨਿਸ਼ਾਨੀਆਂ ਵੀ ਸਾਡੀ ਜ਼ਿੰਦਗੀ ਵਿੱਚ ਨੇ। ਨੀਂਦ ਦੀ ਪਹਿਲੀ ਨਿਸ਼ਾਨੀ ਹੈ ਕਿ ਆਦਮੀ ਨੂੰ ਜੋ ਅਸਲੀਅਤ ਹੈ ਉਹ ਨਹੀਂ ਦਿਸਦੀ। ਜੇ ਦੇਖੇਗਾ ਸੁਪਨਾ ਹੈ। ਆਮ ਆਦਮੀ ਨੂੰ ਜੋ ਰਾਤ ਜਾਗ ਕੇ ਕੰਮ ਕਰ ਆਉਂਦੇ ਨੇ, ਉਹਨਾਂ ਦੀ ਸਟੇਜ ਹੋਰ ਵੀ ਵੱਖਰੀ ਹੈ। ਸੁਪਨਾ ਦੇਖੇਗਾ, ਸੁਪਨੇ ਵਿੱਚ ਬੜਾ ਕੁਝ ਕਰਦਾ ਹੈ, ਬੜੀ ਦੌੜ ਭੱਜ ਹੈ, ਪਰ ਆਪਣੇ ਹੀ ਬਿਸਤਰ ਦਾ ਉਸਨੂੰ ਕੋਈ ਪਤਾ ਨਹੀਂ। ਸੁੰਦਰ ਸੇਜਾ ਕਿਧਰੇ ਸੁਪਨੇ ਵਿੱਚ ਹੋਰ ਦੇਖ ਲਵੇ, ਪਰ ਆਪਣੇ ਬਿਸਤਰ ਦਾ ਕੋਈ ਪਤਾ ਨਹੀਂ। ਇਉਂ ਹੀ ਅੰਦਰਲੀ ਨੀਂਦ ਵਿੱਚ ਪਿਆ ਹੋਇਆ ਆਦਮੀ ਹਿਰਦੇ ਦੀ ਸੇਜ ਤੋਂ ਅਣਜਾਣ ਹੈ। ਉਸ ਨੂੰ ਪਾਸ ਵਸਦੇ ਨਿਰੰਕਾਰ ਦੀ ਵੀ ਕੋਈ ਖਬਰ ਨਹੀਂ। ਅਸਲੀਅਤ ਤੋਂ ਪੂਰੀ ਤਰ੍ਹਾਂ ਅਣਜਾਣ। ਸਾਹਮਣੇ ਸਭ ਕੁਝ ਵਰਤ ਰਿਹਾ ਹੈ। ਕਰੋੜਾਪਤੀ ਇੱਕ ਕੌਡੀ ਵੀ ਲੈ ਕੇ ਨਾ ਗਏ, ਖਾਲੀ ਹੱਥ ਤੁਰ ਗਏ। ਸਭ ਜਾਇਦਾਦ ਇੱਥੇ ਪਈ ਰਹਿ ਗਈ। ਦੇਖ ਕੇ ਵੀ ਅਸੀਂ ਕਦ ਡਿੱਠਾ ਹੈ। ਜੇ ਕੋਈ ਦੇਖ ਹੀ ਲਵੇ ਤਾਂ ਉਸ ਦਾ ਜੀਵਨ ਬਦਲ ਜਾਵੇ। ਪਰ ਉਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਇਹ ਕੱਲ ਮੇਰੇ ਨਾਲ ਵੀ ਹੋਣਾ ਹੈ। ਜੀਵਨ ਦਾ ਢੰਗ ਬਦਲ ਜਾਏਗਾ ਅਗਰ ਸੱਚਮੁੱਚ ਮਨੁੱਖ ਦੇਖ ਲਵੇ, ਕੇਵਲ ਦੇਖ ਲਵੇ। ਪਰ ਅਸੀਂ ਸੁਪਨਿਆਂ ਵਿੱਚ ਹੀ ਗੁਆਚੇ ਰਹਿ ਜਾਂਦੇ ਹਾਂ। ਆਪਣੀ ਜ਼ਿੰਦਗੀ ਨੂੰ ਜ਼ਰਾ ਗੌਰ ਨਾਲ ਦੇਖੀਏ ਤਾਂ ਸਾਡਾ ਜੀਵਨ ਵਧੇਰੇ ਕਰਕੇ ਸੁਪਨਿਆਂ ਵਿੱਚ ਗੁਆਚ ਰਿਹਾ ਹੈ। ਇਹ ਨੀਂਦਰ ਦੀ ਨਿਸ਼ਾਨੀ ਹੈ। ਫਿਰ ਨੀਂਦ ਵਿੱਚ ਮਨੁੱਖ ਕੁਰਾੜੇ ਮਾਰਦਾ ਹੈ। ਬਹੁਤ ਲੋਕ ਨੇ ਜੋ ਕੁਰਾੜੇ ਮਾਰਦੇ ਨੇ, ਆਵਾਜ਼ ਨਿਕਲਦੀ ਹੈ। ਕੁਰਾੜੇ ਵੀ ਆਪਣੇ ਥਾਂ ਸਿਹਤ ਦੇ ਪੱਖ ਤੋਂ ਦੇਖਿਆ ਜਾਏ ਤਾਂ ਨਿਸ਼ਾਨੀ ਇਸੇ ਗੱਲ ਦੀ ਹੈ ਕਿ ਥੋੜ੍ਹੀ ਖਰਾਬੀ ਹੈ ਅੰਦਰ ਕੰਠ ਦੀ ਨਾਲੀਆਂ ਵਿੱਚ।
ਪਰ ਆਪਾਂ ਕੇਵਲ ਅਧਿਆਤਮਿਕ ਪੱਧਰ ਤੋਂ ਇਸ ਨੂੰ ਦੇਖਣਾ ਹੈ। ਆਵਾਜ਼ ਖੁਰਾਟਿਆਂ ਦੀ ਨਿਕਲੀ, ਰਿਜ਼ਲਟ ਦੋ ਹੋਏ। ਇੱਕ, ਪਾਸ ਬੈਠਾ ਹੋਇਆ ਹੈ ਕੋਈ ਵਿਅਕਤੀ ਜੇ ਜਾਗਦਾ ਹੈ ਤਾਂ ਇਹ ਡਰਾਉਣੀ ਆਵਾਜ਼ ਸੁਣ ਕੇ ਹੋ ਸਕਦਾ ਹੈ ਉਸ ਨੂੰ ਪਤਾ ਹੈ ਕੁਰਾੜੇ ਨੇ, ਉਹ ਹੱਸੇਗਾ ਕਿ ਦੇਖੋ ਇਸ ਆਦਮੀ ਦੀ ਨੀਂਦਰ, ਮਜ਼ਾਕ ਉਡਾਏਗਾ। ਜਿਸ ਨੂੰ ਪਤਾ ਨਹੀਂ ਕੋਈ ਇੱਥੇ ਸੁੱਤਾ ਹੋਇਆ ਹੈ, ਉਹ ਬੱਚਾ ਆਵਾਜ਼ ਸੁਣੇ ਡਰ ਵੀ ਸਕਦਾ ਹੈ। ਤੀਜਾ ਨਤੀਜਾ ਇਹ ਵੀ ਹੋ ਸਕਦਾ ਹੈ ਕਿ ਕੋਈ ਆਦਮੀ ਜੋ ਕੁਰਾੜਿਆਂ ਦਾ ਆਦੀ ਨਹੀਂ, ਪਾਸ ਸੁੱਤਾ ਹੋਇਆ ਹੈ, ਉਸ ਦੀ ਨੀਂਦ ਡਿਸਟਰਬ ਹੋ ਜਾਏ, ਉਸ ਦੇ ਆਰਾਮ ਵਿੱਚ ਇਹ ਆਵਾਜ਼ ਖਲਲ ਪਾਵੇ। ਇਹ ਨੀਂਦਰ ਦੇ ਕੁਰਾੜੇ ਕਿੰਨੇ ਖਤਰਨਾਕ ਨੇ, ਇਸ ਨੇ ਜਾਣ ਕੇ ਮਾਰੇ ਨਹੀਂ। ਮੇਰਾ ਕਹਿਣ ਤੋਂ ਹਰਗਿਜ਼ ਇਹ ਭਾਵ ਨਹੀਂ ਕਿ ਜਾਣ ਕੇ ਕਿਸੇ ਬੱਚੇ ਨੂੰ ਡਰਾ ਰਿਹਾ ਹੈ, ਕਿਸੇ ਦੇ ਆਰਾਮ ਵਿੱਚ ਵਿਘਨ ਪਾ ਰਿਹਾ ਹੈ ਜਾਂ ਹਾਸੇ ਦਾ ਕਾਰਨ ਬਣ ਰਿਹਾ ਹੈ। ਸੁਭਾਵਕ ਚੱਲ ਰਹੇ ਸਨ, ਇਸ ਵਾਸਤੇ ਉਹ ਸੁਭਾਵਕ ਸੀ, ਇਸ ਨੂੰ ਪਤਾ ਵੀ ਨਹੀਂ ਇਹਨਾਂ ਨੀਂਦਰ ਵਿੱਚ। ਜਿਸ ਵੇਲੇ ਗਫਲਤ ਦੀ ਨੀਂਦ ਵਿੱਚ ਮਨੁੱਖ ਸੌਂ ਜਾਂਦਾ ਹੈ, ਇਸ ਦੇ ਬੋਲਾਂ ਤੋਂ ਲੈ ਕੇ ਇਸ ਦੇ ਕਰਮ ਤੱਕ ਜੋ ਕੁਝ ਕਰਦਾ ਹੈ, ਇਹ ਕਈ ਵਾਰੀ ਹਾਸੇ ਦਾ ਕਾਰਨ ਬਣਦੇ ਨੇ। ਇਸ ਦੇ ਬੋਲ ਕਈਆਂ ਨੂੰ ਤਕਲੀਫ ਪਹੁੰਚਾਉਂਦੇ ਨੇ, ਹੋਸ਼ ਵਿੱਚ ਨਹੀਂ। ਕੁਰਾੜੇ ਹੀ ਮਾਰ ਰਿਹਾ ਹੈ, ਜੋ ਮੂੰਹ ਆਇਆ ਬੋਲ ਦਿੱਤਾ ਹੈ, ਇਸ ਨੂੰ ਖੁਦ ਨੂੰ ਪਤਾ ਨਹੀਂ ਮੈਂ ਕੀ ਕਹਿ ਰਿਹਾ। ਇਹੀ ਤਾਂ ਕਾਰਨ ਹੈ ਕਿ ਐਸਾ ਵਿਅਕਤੀ ਬੋਲਣ ਵੇਲੇ ਸੋਚਦਾ ਨਹੀਂ, ਬਾਅਦ ਵਿੱਚ ਮੁਆਫੀਆਂ ਵੀ ਮੰਗਦਾ ਹੈ ਕਿ ਮੇਰੇ ਮੂੰਹ ਵਿੱਚੋਂ ਇਹ ਬੋਲ ਨਿਕਲ ਗਏ। ਨਿਕਲ ਨਹੀਂ ਗਏ, ਇਹ ਤੇਰੀ ਨੀਂਦਰ ਦੀ ਨਿਸ਼ਾਨੀ ਹੈ। ਕਿਸੇ ਨੂੰ ਤਕਲੀਫ ਪਹੁੰਚਾ ਗਏ, ਭੈ-ਭੀਤ ਕਰਨ ਵਾਲੇ ਬੋਲ। ਸਾਧੂ ਮੁਸਕਰਾ ਕੇ ਟਾਲ ਦਿੰਦਾ ਹੈ ਕਿ ਇਸ ਨੂੰ ਹੋਸ਼ ਨਹੀਂ, ਦੇਖੋ ਕੈਸੀ ਨੀਂਦ ਵਿੱਚ ਸੁੱਤਾ ਪਿਆ ਹੈ। ਸਾਡੇ ਬੋਲਾਂ ਨੂੰ ਸੁਣ ਕੇ, ਸਾਡੇ ਕਰਮਾਂ ਨੂੰ ਦੇਖ ਕੇ ਸਾਧੂ ਨਾਰਾਜ਼ ਨਹੀਂ ਹੁੰਦਾ, ਡਰਦਾ ਵੀ ਨਹੀਂ, ਉਹ ਮੁਸਕਰਾ ਦਿੰਦਾ, ਹੱਸਦਾ ਹੈ ਕਿ ਦੇਖੋ ਇਨਸਾਨੀ ਜ਼ਿੰਦਗੀ ਮਿਲੀ, ਇਹ ਮਨੁੱਖ ਨੇ ਸੌਂ ਕੇ ਹੀ ਸਮਾਂ ਕੱਢ ਛੱਡਿਆ। ਇਹਦਾ ਬੋਲਣਾ ਵੀ ਕੁਰਾੜਿਆਂ ਤੋਂ ਵੱਧ ਨਹੀਂ, ਬੇਕਾਰ। ਕਿੰਨੀਆਂ ਗੱਲਾਂ ਅਸੀਂ ਬੇਕਾਰ ਦੀਆਂ ਕਰਦੇ ਹਾਂ, ਕੁਰਾੜਿਆਂ ਤੋਂ ਵੱਧ ਉਹਨਾਂ ਦੀ ਕੋਈ ਵੀ ਕੀਮਤ ਨਹੀਂ। ਸਾਧੂ ਇੱਕ ਪੱਖ ਤੋਂ ਮੁਸਕਰਾਉਂਦਾ ਹੈ, ਦੂਜੇ ਪੱਖ ਤੋਂ ਤਰਸ ਕਰਦਾ ਹੈ। ਸਿਆਣਾ ਪੁਰਸ਼ ਜਿਸ ਵੇਲੇ ਜ਼ੋਰਦਾਰ ਕੁਰਾੜੇ ਵੱਜਦੇ ਸੁਣੇਗਾ ਤਾਂ ਉਹ ਆਖੇਗਾ ਇਸ ਦੀ ਕੰਠ ਦੀ ਨਾਲੀ ਦਾ ਕੋਈ ਇਲਾਜ ਕਰਾਉਣਾ ਚਾਹੀਦਾ ਹੈ, ਇਹ ਆਰਾਮ ਨਾਲ ਖੁਦ ਵੀ ਸੌਂ ਸਕੇ, ਦੂਜਿਆਂ ਨੂੰ ਵੀ ਆਰਾਮ ਕਰਨ ਦੇਵੇ। ਤਰਸ ਕਰਦਾ ਹੈ, ਭਗਤ ਤਰਸ ਕਰਦਾ ਹੈ ਸਾਡੀ ਨੀਂਦਰ ਦੇ ਕੰਮਾਂ ਨੂੰ ਦੇਖ ਕੇ। ਜਗਾਉਂਦਾ ਹੈ, ਉੱਠ, ਸਾਵਧਾਨ ਹੋ, ਤੇ ਜਿਹੜੀ ਤੇਰੀ ਬਿਮਾਰੀ ਹੈ ਇਸ ਨੂੰ ਠੀਕ ਕਰਨ ਦਾ ਕੋਈ ਇੰਤਜ਼ਾਮ ਕਰੀਏ। ਤਰਸ ਵੀ ਕਰਦਾ ਹੈ, ਆਮ ਮਨੁੱਖ ਵੇਖ ਕੇ ਹੱਸਦਾ ਵੀ ਹੈ। ਕੋਈ ਐਸਾ ਵਿਅਕਤੀ ਵੀ ਹੋ ਸਕਦਾ ਹੈ ਜਿਹੜਾ ਸਾਡੇ ਊਲ ਜਲੂਲ ਕੰਮਾਂ ਨੂੰ ਵੇਖ ਕੇ ਮੁਸਕਰਾ ਹੀ ਛੱਡੇ, ਊਲ ਜਲੂਲ ਗੱਲਾਂ ਸੁਣ ਕੇ ਮੁਸਕਰਾ ਹੀ ਛੱਡੇ ਕਿ ਮੂਰਖ ਹੈ, ਇਸ ਨੂੰ ਪਤਾ ਨਹੀਂ ਕੀ ਬੋਲ ਰਿਹਾ ਹੈ, ਕੀ ਕਰ ਰਿਹਾ ਹੈ। ਪਰ ਸਾਰੀਆਂ ਨਿਸ਼ਾਨੀਆਂ ਇਹ ਸਾਡੀ ਨੀਂਦਰ ਦੀਆਂ ਹਨ। ਕਿਸੇ ਦੇ ਦਿਲ ਨੂੰ ਠੋਕਰ ਵੀ ਲੱਗ ਜਾਏ, ਉਸ ਦੇ ਆਰਾਮ ਵਿੱਚ ਖਲਲ ਪੈ ਜਾਵੇ, ਹੈਨ ਇਹ ਕੁਰਾੜੇ ਹੀ, ਔਰ ਸਾਡੀ ਬੇਹੋਸ਼ੀ ਦੀ ਨੀਂਦਰ ਦੀ ਨਿਸ਼ਾਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ
ਵੀ ਜਗਾਉਣ ਲਈ ਆਵਾਜ਼ ਦਿੱਤੀ ਹੈ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜਾਗ ਤੇ ਸਚਾਈ ਨੂੰ ਦੇਖ। ਸਤਿਗੁਰੂ ਜਗਾ ਇਸ ਲਈ ਰਹੇ ਨੇ ਕਿ ਇਹ ਵਿਅਕਤੀ ਸੁਪਨਿਆਂ ਤੋਂ ਸਾਵਧਾਨ ਹੋ ਸੱਤ ਨੂੰ ਦੇਖ ਸਕੇ। ਸੱਤ ਕੀ ਹੈ? ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਤੇਰੇ ਨਾਲ ਸੰਸਾਰ ਤੇ ਆਇਆ ਹੈ, ਇਹ ਵੀ ਨਾਲ ਜਾਣ ਵਾਲਾ ਨਹੀਂ, ਕਦੀ ਕਿਸੇ ਦਾ ਸਾਥੀ ਇਹ ਬਣਿਆ ਨਹੀਂ, ਤੇਰਾ ਵੀ ਨਹੀਂ ਬਣੇਗਾ। ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸਿਓ ਕੀਨਾ, ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲੋ ਬਿਵਹਾਰ ਹੈ, ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ। ਕਿਉਂ ਸੁਪਨੇ ਵਿੱਚ ਗਲਤਾਨ ਹੈ? ਗਫਲਤ ਦੀ ਨੀਂਦ ਵਿੱਚ ਕੁਰਾੜੇ ਮਾਰ ਰਿਹਾ ਹੈ। ਕਬੀਰ ਜੀ ਨੇ ਅੱਜ ਦੇ ਇਹਨਾਂ ਬਚਨਾਂ ਵਿੱਚ 3 ਸ਼ਲੋਕ ਇਸੇ ਗੱਲ ਨਾਲ ਸੰਬੰਧਿਤ ਲਿਖੇ। ਸ਼ੁਰੂ ਹੀ ਇੱਥੋਂ ਕੀਤੇ, ਕਬੀਰ ਸੂਤਾ ਕਿਆ ਕਰੇ, ਕਬੀਰ ਸੂਤਾ ਕਿਆ ਕਰੇ। ਤੀਜੇ ਸ਼ਲੋਕ ਨੂੰ ਵੀ ਆਰੰਭ ਇੱਥੋਂ ਕੀਤਾ, ਕਬੀਰ ਸੂਤਾ ਕਿਆ ਕਰੇ। ਮੋਹ ਮਾਇਆ ਦੀ ਨੀਂਦ ਵਿੱਚ ਮਸਤ ਹੋਇਆ ਸੁੱਤਾ ਤੂੰ ਕੀ ਕਰ ਰਿਹਾ ਹੈ? ਮਤਲਬ ਇੱਕ ਹੈ ਕਿ ਇਹ ਜ਼ਿੰਦਗੀ ਅਜਾਈਂ ਗਵਾ ਰਿਹਾ ਹੈ। ਇਸ ਨੀਂਦਰ ਦਾ ਸਰੂਪ ਬਾਣੀ ਵਿੱਚ ਅਨੇਕ ਵਾਰੀ ਦਰਸਾਇਆ ਗਿਆ ਹੈ ਸਾਨੂੰ ਸਮਝਾਉਣ ਵਾਸਤੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੌੜੀ ਰਾਗ ਵਿੱਚ 2 ਪੰਕਤੀਆਂ ਲਿਖਦੇ ਨੇ, ਮਨਮੁਖ ਸੂਤਾ ਮਾਇਆ ਮੋਹ ਪਿਆਰ। ਦੋਵੇਂ ਸਰੂਪ ਸਾਹਮਣੇ ਰੱਖ ਦਿੱਤੇ। ਜਾਗਦਾ ਕੌਣ ਹੈ, ਸੁੱਤਾ ਕੌਣ ਹੈ? ਮਨਮੁਖ ਸੁੱਤਾ ਹੋਇਆ ਹੈ, ਕਿਵੇਂ? ਮਾਇਆ ਮੋਹ ਪਿਆਰ। ਨਿਰੰਕਾਰ ਦੀ ਯਾਦ, ਮਾਲਕ ਦੀ ਯਾਦ ਵਿਸਰ ਗਈ ਹੈ, ਮਾਇਆ ਦੇ ਮੋਹ ਵਿੱਚ ਗਲਤਾਨ ਹੋ ਗਿਆ ਹੈ। ਮਨਮੁਖ ਸੂਤਾ ਮਾਇਆ ਮੋਹ ਪਿਆਰ। ਮਾਇਆ ਮੋਹ ਪਿਆਰ, ਮਾਇਆ ਦੇ ਮੋਹ ਵਿੱਚ ਮੇਰੀ ਹੈ, ਮੇਰੀ ਹੈ, ਜਿੰਨੀ ਪਕੜ ਕੇ ਰੱਖ ਲਵਾਂ ਓਨਾ ਚੰਗਾ। ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਰੱਬੀ ਗੁਣਾਂ ਦੇ ਗਿਆਨ ਦੀ ਵਿਚਾਰ ਵਿੱਚ ਜਿਹੜੇ ਲੱਗੇ ਉਹ ਜਾਗ ਗਏ। ਨੀਂਦਰ ਦਾ ਸਰੂਪ ਸਤਿਗੁਰੂ ਜੀ ਨੇ ਵਿਆਖਿਆ ਪੂਰਵਕ ਬਿਆਨਿਆ ਹੈ। ਪੰਚਮ ਪਾਤਸ਼ਾਹ ਦੇ ਬਚਨ ਹਨ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਨਿੰਦਾ ਵਿੱਚ ਰਸ ਲੈਣ ਲੱਗ ਪੈਣ, ਕੰਨ ਤਾਂ ਸਮਝ ਲੈਣਾ ਸੁੱਤੇ ਹੋਏ ਨੇ। ਅੰਦਰਲਾ ਵੀ ਜਾਗਦਾ ਨਹੀਂ, ਉਸ ਨੂੰ ਖਬਰ ਹੀ ਨਹੀਂ ਕਿ ਕੰਨਾਂ ਰਾਹੀਂ ਜੋ ਮੇਰੇ ਅੰਦਰ ਪਹੁੰਚ ਰਹੀਆਂ ਗੱਲਾਂ ਨੇ ਇਹ ਜ਼ਿੰਦਗੀ ਦਾ ਨੁਕਸਾਨ ਕਰਨ ਵਾਲੀਆਂ ਨੇ, ਲਾਹੇਵੰਦੀਆਂ ਨਹੀਂ। ਨੇਤਰ ਜਿਸ ਵੇਲੇ ਆਪਣਾ ਪਰਾਇਆ ਈਰਖਾ ਦਵੈਖ ਦੀ ਦ੍ਰਿਸ਼ਟੀ ਨਾਲ ਤੱਕਣ ਲੱਗ ਪੈਣ, ਸਾਵਧਾਨ ਹੋਣ ਦੀ ਜ਼ਰੂਰਤ ਹੈ। ਜੋ ਖਬਰ ਅੰਦਰ ਦੇ ਰਹੇ ਨੇ ਉਹ ਗਲਤ ਹੈ, ਸੁੱਤੇ ਹੋਏ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ। ਸ਼ਰਵਣ ਮਤਲਬ ਕੰਨ। ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਹ ਜ਼ੁਬਾਨ ਸੁੱਤੀ ਹੋਈ ਮਿੱਠੇ ਸਵਾਦਾਂ ਵਿੱਚ, ਚਸਕਿਆਂ ਵਿੱਚ, ਜਾਂ ਪਦਾਰਥਾਂ ਦੇ ਸਵਾਦ ਲੈਣ ਵਿੱਚ ਮਗਨ, ਜਾਂ ਨਿੰਦਾ ਬਖੀਲੀ, ਜਾਂ ਆਪਣੀ ਵਡਿਆਈ, ਆਪਣਿਆਂ ਦੀ ਸਿਫਤ। ਮਨ ਸੁੱਤਾ ਹੋਇਆ ਹੈ ਮਾਇਆ ਦੇ ਪ੍ਰਲੋਭਨ ਵਿੱਚ, ਅਸਚਰਜਤਾ ਵਿੱਚ ਫਸਿਆ ਹੋਇਆ। ਪਰ ਸਤਿਗੁਰੂ ਤਾਕੀਦ ਕਰਦੇ ਨੇ
ਇਸ ਗ੍ਰਹਿ ਮਹਿ ਕੋਈ ਜਾਗਤ ਰਹੈ, ਸਾਬਤ ਵਸਤ ਉਹ ਆਪਣੀ ਲਹੈ। ਜਾਗਣਾ ਤਾਂ ਪਵੇਗਾ ਹੀ ਜੇ ਅਸਲੀ ਲਾਹਾ ਖੱਟਣਾ ਹੈ। ਉਸੇ ਨੇ ਖੱਟਿਆ ਜੋ ਜਾਗ ਗਿਆ ਹੈ। ਨਹੀਂ ਤੇ ਹਾਲਤ ਇੰਜ ਹੈ, ਸਭ ਇੰਦਰੀਆਂ ਸੁੱਤੀਆਂ ਪਈਆਂ ਹਨ, ਚੋਰ ਲੱਗੇ ਹੋਏ ਨੇ, ਵਿਕਾਰਾਂ ਨੇ ਘੇਰਿਆ ਹੋਇਆ ਹੈ, ਜ਼ਿੰਦਗੀ ਲੁਟੀਂਦੀ ਜਾ ਰਹੀ ਹੈ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨ ਜਾਤੀ। ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠੱਗ ਹਾਰੇ। ਪੰਜ ਚੋਰ ਚੰਬੜੇ ਹੋਏ ਨੇ, ਜ਼ਿੰਦਗੀ ਦੀ ਪੂੰਜੀ ਲੁੱਟ ਰਹੇ ਨੇ। ਇਹ ਆਮ ਲੋਕਾਂ ਦੀ ਹੀ ਗੱਲ ਨਹੀਂ। ਧਾਰਮਿਕ ਲਿਬਾਸ, ਧਾਰਮਿਕ ਗੱਲਾਂ, ਪੁਸਤਕਾਂ ਦਾ ਅਧਿਐਨ ਫਿਰ ਵੀ ਲੁੱਟੀਂਦੇ ਜਾ ਰਹੇ ਨੇ, ਜਿਵੇਂ ਕੋਈ ਸੁੱਤਾ ਹੋਇਆ ਵਿਅਕਤੀ ਹੀ ਪੜ੍ਹ ਰਿਹਾ ਹੋਵੇ। ਜੋਗੀ, ਗ੍ਰਹੀ, ਪੰਡਿਤ, ਭੇਖਧਾਰੀ, ਇਹ ਸੂਤੇ ਆਪਣੇ ਅਹੰਕਾਰੀ। ਤੀਜੇ ਪਾਤਸ਼ਾਹ ਦਾ ਬਚਨ ਹੈ, ਮਾਇਆ ਮਦ ਮਾਤਾ ਰਹਿਆ ਸੋਏ, ਜਾਗਤ ਰਹਿ ਨ ਮੂਸੈ ਕੋਏ। ਕੌਣ ਜਾਗਦਾ ਹੈ? ਸੋ ਜਾਗੈ ਜਿਸ ਸਤਿਗੁਰ ਮਿਲੈ, ਪੰਚ ਦੂਤ ਉਹ ਵਸਗਤ ਕਰੈ। ਸੋ ਜਾਗੈ ਜੋ ਤਤ ਵਿਚਾਰੈ, ਆਪ ਮਰੈ ਹਉਮੈ ਮਾਰ ਲੈਂਦਾ ਹੈ, ਅਵਰਾ ਨਹਿ ਮਾਰੈ। ਸੋ ਜਾਗੈ ਜੋ ਏਕੋ ਜਾਣੈ, ਪ੍ਰਕ੍ਰਿਤ ਛੋੜੈ ਤਤ ਪਛਾਣੈ। ਕੁਦਰਤ ਦਾ ਨਹੀਂ, ਕਾਦਰ ਦਾ ਪੁਜਾਰੀ ਬਣ ਜਾਂਦਾ ਹੈ। ਤੇ ਇੱਥੇ ਕੋਈ ਜ਼ਾਤ ਪਾਤ ਵਰਨ ਵੰਡ ਦਾ ਵਿਤਕਰਾ ਨਹੀਂ। ਕੋਈ ਵੀ ਜਾਗ ਜਾਏ ਉਹ ਪਾ ਲਵੇ। ਚੌਹਾਂ ਵਰਨਾਂ ਵਿੱਚ ਜਾਗੈ ਕੋਏ, ਜਮੈ ਕਾਲੈ ਤੇ ਛੂਟੈ ਸੋਏ। ਚੌਹਾਂ ਵਰਨਾਂ ਵਿੱਚ ਜਾਗੈ ਕੋਏ, ਜਮੈ ਕਾਲੈ ਤੇ ਛੂਟੈ ਸੋਏ। ਪਰ ਸਤਿਗੁਰੂ ਕਹਿੰਦੇ ਨੇ ਉਹ ਜਾਗਣ ਵਾਲਾ ਕਿਵੇਂ ਜਾਗਿਆ ਹੈ? ਕਹਿਤ ਨਾਨਕ ਜਨ ਜਾਗੈ ਸੋਏ, ਗਿਆਨ ਅੰਜਨ ਜਾ ਕੀ ਨੇਤਰੀ ਹੋਏ। ਗਿਆਨ ਦਾ ਸੁਰਮਾ ਜਿਸ ਦੇ ਨੇਤਰਾਂ ਵਿੱਚ ਪਾਇਆ ਗਿਆ, ਉਹੀ ਜਾਗਿਆ ਹੈ। ਕਬੀਰ ਜੀ ਕਹਿੰਦੇ ਨੇ ਉਹ ਭਲੇ ਪੁਰਸ਼ ਸੁੱਤਾ ਹੋਇਆ ਕੀ ਕਰ ਰਿਹਾ ਹੈ? ਕਿਉਂ ਇਸ ਅਮੋਲਕ ਜੀਵਨ ਨੂੰ ਬੇਅਰਥ ਗਵਾ ਰਿਹਾ ਹੈ? ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਭੈ ਦੁੱਖ। ਜਾਗ, ਸਾਵਧਾਨ ਹੋ, ਮਾਲਕ ਦੀ ਯਾਦ ਵਿੱਚ ਜੁੜ, ਹੁਸ਼ਿਆਰ ਹੋ। ਜਿਹੜੇ ਸਹਿਮ ਕਲੇਸ਼ ਤੈਨੂੰ ਚੰਬੜੇ ਹੋਏ ਨੇ, ਤਿਨਾਂ ਤੋਂ ਖਲਾਸੀ ਹਾਸਲ ਕਰ। ਉਹਨਾਂ ਨੂੰ ਰੋ ਮਿਟਾ ਦੇ, ਉਹਨਾਂ ਤੋਂ ਛੁਟਕਾਰਾ ਪਾ। ਤੈਨੂੰ ਇੱਕ ਭੁਲੇਖਾ ਹੈ ਕਿ ਇਹ ਮੋਹ ਦੀ ਨੀਂਦਰ ਬੜੀ ਸੁਆਦਲੀ ਹੈ, ਪਰ ਇਸ ਮੋਹ ਤੋਂ ਪੈਦਾ ਹੋਏ ਦੁੱਖ ਕਲੇਸ਼ ਜਿਹੜੇ ਨੇ, ਇਹ ਤਾਂ ਇੱਕ ਪ੍ਰਕਾਰ ਦੇ ਕਬਰ ਵਿੱਚ ਦੱਬ ਦੇਣ ਵਾਲੇ ਹਨ। ਜ਼ਿੰਦਗੀ ਨੂੰ ਬਰਬਾਦ ਕਰ ਰਹੇ ਨੇ, ਰਾਖ ਵਿੱਚ ਮਿਲਾ ਰਹੇ ਨੇ। ਸੁਖੀ ਕਿਵੇਂ ਹੋਵੇਂਗਾ? ਕਬਰ ਵਿੱਚ ਪਿਆ ਕੋਈ ਸੁਖੀ ਹੋਇਆ ਹੈ। ਹੋਰ ਨਜ਼ਰੀਏ ਤੋਂ ਵੀ ਇਹਨਾਂ ਪੰਕਤੀਆਂ ਨੂੰ ਦੇਖਣ ਦੀ ਜ਼ਰੂਰਤ ਹੈ। ਤੇਰਾ ਵਾਸ ਕਬਰ ਵਿੱਚ ਹੈ। ਆਖਰ ਸੌਣਾ ਕਿੱਥੇ ਹੈ ਤੂੰ? ਕਬਰ ਵਿੱਚ। ਤੇਰਾ ਗੋਸ਼ਤ ਕੀੜਿਆਂ ਖਾਣਾ ਹੈ, ਬੁੱਲੇ ਨੇ ਆਖਿਆ। ਬਾਬਾ ਫਰੀਦ ਜੀ ਨੇ ਵੀ ਆਖਿਆ, ਫਰੀਦਾ ਗੋਰ ਨਿਮਾਣੀ ਛੱਡ ਕਰੇ। ਕਬਰ ਨਿਮਾਣੀ ਆਵਾਜ਼ ਦੇ ਰਹੀ ਹੈ, ਤੇ ਜਦੋਂ ਆਵਾਜ਼ ਦਿੰਦੀ ਏ ਉਦੋਂ ਮਹੱਲਾਂ ਦੇ ਮਾਲਕ ਨੂੰ ਵੀ ਨਿਘਰਾ ਆਖ ਕੇ ਬੁਲਾਉਂਦੀ ਏ। ਨਿਘਰਿਆ ਘਰ ਆਓ, ਸਰ ਪਰ ਮੈਥੈ ਆਵਣਾ ਮਰਨਾ ਨਾ ਡਰਿਆ। ਹਰ ਹਾਲਤ ਵਿੱਚ ਤੂੰ ਮੇਰੇ ਪਾਸ ਹੋਣਾ ਹੈ। ਮੌਤ ਤੋਂ ਕਿਉਂ ਡਰਨਾ? ਇਹ ਵਰਤ ਕੇ ਰਹੇਗੀ। ਜਿਸ ਨੂੰ ਮੌਤ ਯਾਦ ਹੋਵੇ ਉਹ ਗਫਲਤ ਦੀ ਨੀਂਦ ਕਦੀ ਨਹੀਂ ਸੌਂਦਾ। ਅਸੀਂ ਮੌਤ ਭੁਲਾ ਦਿੱਤੀ ਹੈ।
ਜਾ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁਖ। ਕਬਰ ਵਿੱਚ ਪਏ ਦੇ ਪੱਲੇ ਸੁੱਖ ਕਿੱਥੋਂ ਆਉਣਾ ਹੈ? ਕੀੜੇ ਗੋਸ਼ਤ ਖਾ ਜਾਣਗੇ। ਦੇਖ ਤੂੰ ਮਾਲਕ ਤੋਂ ਭੁੱਲ ਕੇ ਮਾਇਆ ਮੋਹ ਦੀ ਨੀਂਦਰ ਵਿੱਚ ਗਲਤਾਨ ਹੋ ਗਿਆ ਹੈ। ਤੈਨੂੰ ਦੁੱਖਾਂ ਕਲੇਸ਼ਾਂ ਨੇ ਦੱਬ ਰੱਖਿਆ ਹੈ। ਵਾਸ ਤੇਰਾ ਇੱਕ ਕਬਰ ਵਿੱਚ ਹੈ। ਸੁਖੀ ਜੀਵਨ ਜਿਉਂਦਾ ਤੈਨੂੰ ਕਿਵੇਂ ਆਖਿਆ ਜਾਏ। ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨ ਜਪਹਿ ਮੁਰਾਰ। ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਕਬੀਰ ਜੀ ਫਿਰ ਇਸ ਸ਼ਲੋਕ ਵਿੱਚ ਜਗਾਉਂਦੇ ਹਨ। ਇਸ ਤੋਂ ਪਹਿਲੇ 127 ਨੰਬਰ ਸ਼ਲੋਕ ਨੂੰ ਵੀ ਆਰੰਭ ਉੱਥੋਂ ਹੀ ਕੀਤਾ, ਕਬੀਰ ਸੂਤਾ ਕਿਆ ਕਰੇ। ਤੇ 128ਵੇਂ ਸ਼ਲੋਕ ਵਿੱਚ ਵੀ ਬਚਨ ਇੱਥੋਂ ਹੀ ਆਰੰਭ ਕੀਤੇ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪਹਿ ਮੁਰਾਰ। ਤੂੰ ਕਿਉਂ ਨਹੀਂ ਸਾਵਧਾਨ ਹੋ ਕੇ ਪ੍ਰਮਾਤਮਾ ਦਾ ਭਜਨ ਕਰਦਾ, ਮਾਲਕ ਨੂੰ ਚੇਤੇ ਕਰਦਾ। ਭਜਣਾ, ਯਾਦ ਕਰਨਾ, ਉਸ ਦੀ ਸਿਮਰਤੀ ਵਿੱਚ ਜੁੜਨਾ, ਇਹੀ ਤਾਂ ਜ਼ਿੰਦਗੀ ਦਾ ਅਸਲੀ ਲਾਹਾ ਸੀ ਜੋ ਤੂੰ ਵਿਸਾਰ ਦਿੱਤਾ ਹੈ। ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ। ਸਤਿਗੁਰੂ ਕਹਿੰਦੇ ਨੇ, ਐ ਮਨੁੱਖ ਕਿਉਂ ਝੂਠੇ ਲਾਲਚ ਵਿੱਚ ਗਰਸ ਕੇ ਆਪਣੇ ਆਪ ਨੂੰ ਫਸਾ ਕੇ ਭੁੱਲ ਗਿਆ ਹੈ। ਜ਼ਿੰਦਗੀ ਦਾ ਰਸਤਾ ਹੀ ਭੁੱਲ ਬੈਠਾ ਹੈ ਕਿ ਕਿਵੇਂ ਜੀਵਨ ਜਿਉਣਾ ਹੈ। ਭਟਕਦਾ ਫਿਰਦਾ ਹੈ, ਵਿਕਾਰਾਂ ਦੀ ਦਲਦਲ ਵਿੱਚ ਗਰਸਿਆ ਫਸਿਆ ਪਿਆ। ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ। ਕੱਛ ਬਿਗੜਿਓ ਨਾਹਿਨ ਅਜਹੁ ਜਾਗ। ਹੁਣ ਵੀ ਜਾਗ ਜਾਏ ਤਾਂ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਿਆਣੇ ਲੋਕਾਂ ਨੇ ਇੱਕ ਮੁਹਾਵਰਾ ਘੜਿਆ ਹੈ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਵੀ ਭੁੱਲਿਆ ਨਹੀਂ ਆਖਦੇ। ਇਸ ਦੇ ਪਿੱਛੇ ਖਾਸ ਕਾਰਨ ਹੈ ਕਿ ਦੇਰ ਅਬੇਰ ਸਹੀ ਪਰ ਟਿਕਾਣੇ ਤੇ ਪਹੁੰਚ ਗਿਆ ਹੈ, ਆਪਣੀ ਮੰਜ਼ਿਲ ਤੇ ਪਹੁੰਚ ਗਿਆ। ਮੰਨਿਆ ਲੇਟ ਆਇਆ, ਦੇਰ ਨਾਲ ਆਇਆ, ਪਰ ਦੇਰ ਆਏ ਦਰੁਸਤ ਆਏ ਨਾਲ ਜੁੜ ਜਾਏ, ਫਿਰ ਦੇਰ ਆਏ ਦਾ ਵੀ ਕੋਈ ਗਿਲਾ ਨਹੀਂ। ਦੇਰ ਆਏ ਦਰੁਸਤ ਆਏ, ਇਹ ਵੀ ਇੱਕ ਮੁਹਾਵਰਾ ਹੈ। ਦਰੁਸਤ ਆਏ ਦੀ ਘਟਨਾ ਵਰਤ ਜਾਏ ਤਾਂ ਦੇਰ ਭੁੱਲ ਜਾਂਦੀ ਹੈ। ਸ਼ਾਮ ਨੂੰ ਵੀ ਘਰ ਪਹੁੰਚ ਜਾਏ ਸਵੇਰ ਦਾ ਭੁੱਲਣਾ। ਮੰਨਿਆ ਜਿੰਨੀ ਦੇਰ ਭੁੱਲਿਆ ਖੁਆਰੀ ਖਰੀਦੀ, ਸਹੀ ਖੁਆਰੀ, ਲੇਕਿਨ ਚਲੋ ਭੁੱਲਣ ਤੋਂ ਬਾਅਦ ਹੀ ਸਹੀ ਅੰਤ ਟਿਕਾਣੇ ਤਾਂ ਪਹੁੰਚ ਗਿਆ। ਸਤਿਗੁਰੂ ਕਹਿੰਦੇ ਨੇ, ਕਿਉਂ ਭੁੱਲਿਆ ਹੈ ਝੂਠੇ ਲੋਭ ਵਿੱਚ ਲੱਗ ਕੇ, ਦੇਖ ਅਜੇ ਵੀ ਕੁਝ ਨਹੀਂ ਵਿਗੜਿਆ। ਬੜੀ ਮਿਹਰਬਾਨੀ ਹੈ ਸਤਿਗੁਰੂ ਦੀ ਇਹਨਾਂ ਬਚਨਾਂ ਵਿੱਚ। ਕਿਉਂ ਨਹੀਂ ਕੁਝ ਵੀ ਵਿਗੜਿਆ? ਅਸੀਂ ਆਖਾਂਗੇ ਜਿੰਨੇ ਸਵਾਸ ਇਸ ਨੇ ਖਰਾਬ ਕਰ ਲਏ ਉਹ ਤਾਂ ਗਏ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਕੋਈ ਗੱਲ ਨਹੀਂ। ਅਜੇ ਪ੍ਰਮਾਤਮਾ ਇਸ ਤੋਂ ਨਿਰਾਸ਼ ਨਹੀਂ ਹੋਇਆ। ਅਜੇ ਵੀ ਉਸ ਦੀ ਕਿਰਪਾ ਹੈ ਕਿ ਉਸਨੇ ਜੀਵਨ ਦੀ ਲੀਲਾ ਸਮਾਪਤ ਨਹੀਂ ਕਰ ਦਿੱਤੀ। ਉਸਨੇ ਜ਼ਿੰਦਗੀ ਚਲਾ ਰੱਖੀ ਹੈ ਕਿ ਸ਼ਾਇਦ ਇਹ ਕੱਲ੍ਹ ਟਿਕਾਣੇ ਨਹੀਂ ਆਇਆ, ਅੱਜ ਹੀ ਆ ਜਾਏ। ਅੱਜ ਨਹੀਂ ਆਇਆ, ਆਉਣ ਵਾਲੇ ਕੱਲ੍ਹ ਨੂੰ ਆ ਜਾਏ। ਜਿੰਨੀ ਦੇਰ ਮਾਲਕ ਨੇ ਸਾਨੂੰ ਜੀਵਨ ਦੇ ਰੱਖਿਆ, ਇਹ ਉਸ ਨੇ ਇੱਕ ਤਰ੍ਹਾਂ ਜਿਵੇਂ ਸਾਡੇ ਤੇ ਆਸ ਹੀ ਰੱਖ ਲਈ ਹੋਵੇ। ਭੁੱਲਿਆ ਹੈ, ਸ਼ਾਇਦ ਹੁਣ ਵੀ ਆ ਜਾਏ। ਪਰ ਜੇ ਇੰਝ ਹੀ ਕੋਈ ਟਾਲਦਾ ਹੀ ਰਹੇ ਤਾਂ ਆਖਰ ਤਾਂ ਇਸ ਜੀਵਨ ਦੀ ਲੀਲਾ ਨੇ ਖਤਮ ਹੋਣਾ ਹੈ। ਜਦ ਕਹਾਣੀ ਮੁੱਕ ਗਈ ਫਿਰ ਕੁਝ ਨਾ ਕਰ ਸਕੇਗਾ, ਔਰ ਕਦੋਂ ਮੁੱਕ ਜਾਏਗੀ ਇਸ ਦਾ ਪਤਾ ਕੋਈ ਨਹੀਂ। ਕੋਈ ਯਕੀਨ ਥੋੜ੍ਹੀ ਹੈ ਕਿ ਦੂਸਰਾ ਸਵਾਸ ਵੀ ਅਸੀਂ ਲੈਣਾ ਹੈ ਜਾਂ ਨਹੀਂ, ਇਹ ਤਾਂ ਮਾਲਕ ਜਾਣੇ। ਜੇ ਜਾਗ ਪਵੇ ਤਾਂ ਹੁਣੇ ਹੀ,
ਮਨੁੱਖ ਆਪਣੇ ਜੀਵਨ ਦੀ ਦਿਸ਼ਾ ਬਦਲ ਲਵੇ। ਗੱਲ ਬਣ ਗਈ, ਘਰ ਆ ਗਿਆ, ਮਾਲਕ ਨਾਲ ਜੁੜ ਜਾਏ। ਜੋ ਬੀਤਿਆ ਸੋ ਬੀਤਿਆ, ਉਸ ਨੇ ਤਾਂ ਹੱਥ ਆਉਣਾ ਨਹੀਂ। ਹੁਣ ਸਬਰ, ਆਪਾ ਸਵਾਰ, ਜ਼ਿੰਦਗੀ ਸਵਾਰ, ਸਿਰਜਣਹਾਰ ਨਾਲ ਜੁੜ, ਜਾਗ। ਕਿਉਂ ਨਹੀਂ ਉੱਠ ਕੇ ਉਸ ਮੁਰਾਰ ਪਰਮਾਤਮਾ ਨੂੰ ਜਪਦਾ? ਕਿਉਂ ਨਹੀਂ ਉਸ ਦੀ ਯਾਦ ਵਿੱਚ ਜੁੜਦਾ? ਸੁੱਤੇ ਦਾ ਕੀ ਲਾਭ ਹੋਵੇਗਾ? ਇਸ ਗਫਲਤ ਨੇ ਤੇਰਾ ਕੁਝ ਨਹੀਂ ਸਵਾਰਨਾ। ਕਬੀਰ ਜੀ ਨੇ ਮੌਤ ਯਾਦ ਕਰਵਾਈ ਹੈ ਸਾਨੂੰ। ਮੌਤ ਤੇ ਮਾਲਕ, ਇਹ ਦੋਵੇਂ ਸਦਾ ਯਾਦ ਰਹਿਣੇ ਚਾਹੀਦੇ ਨੇ। ਜਿਸ ਨੂੰ ਇਹ ਦੋਵੇਂ ਯਾਦ ਨੇ ਸੱਚਮੁੱਚ ਸਹੀ ਅਰਥਾਂ ਵਿੱਚ, ਉਸ ਆਦਮੀ ਦਾ ਜੀਵਨ ਕਦੀ ਵੀ ਮਾੜੇ ਕੰਮਾਂ ਵੱਲ ਨਹੀਂ ਜਾਵੇਗਾ। ਮੌਤ ਵੀ ਜਗਾਉਂਦੀ ਹੈ, ਮਾਲਕ ਦਾ ਚੇਤਾ ਵੀ ਜਗਾਉਂਦਾ ਹੈ, ਵਿਕਾਰਾਂ ਤੋਂ ਰੋਕਦਾ ਹੈ। ਬੜੀ ਪ੍ਰਸਿੱਧ ਕਥਾ ਹੈ, ਆਪਨੇ ਸੁਣੀ ਹੋਵੇਗੀ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਪਠਾਨ ਨੌਜਵਾਨ ਅਕਸਰ ਦਰਸ਼ਨ ਕਰਨ ਲਈ ਆਇਆ ਕਰਦਾ। ਸੰਗਤ ਵਿੱਚ ਬੈਠ ਉਪਦੇਸ਼ ਵੀ ਸਰਵਣ ਕਰਦਾ। ਸਤਿਗੁਰੂ ਦਾ ਕਿਸੇ ਮਜ਼ਹਬ ਨਾਲ ਕੋਈ ਵਿਤਕਰਾ ਨਹੀਂ ਸੀ, ਸਾਂਝਾ ਉਪਦੇਸ਼ ਸਾਰਿਆਂ ਲਈ। ਇੱਕ ਦਿਨ ਇਸ ਨੌਜਵਾਨ ਦੇ ਮਨ ਵਿੱਚ ਕੁਝ ਫੁਰਨਾ ਉੱਠਿਆ। ਫੁਰਨਾ ਸਾਡੇ ਨਜ਼ਰੀਏ ਤੋਂ ਦੇਖੀਏ ਤਾਂ ਗਲਤ ਸੀ, ਪਰ ਖਿਆਲ ਉੱਠਿਆ, ਮਨ ਹੈ। ਇਹ ਇੰਨਾ ਨੇਕ ਜ਼ਰੂਰ ਸੀ ਸੰਗਤ ਵਿੱਚ ਆਉਣ ਕਰਕੇ ਕਿ ਇਸ ਨੇ ਉਹ ਫੁਰਨਾ ਛੁਪਾਇਆ ਨਹੀਂ। ਇਹ ਬੇਈਮਾਨੀ ਨਹੀਂ ਕੀਤੀ ਕਿ ਮਨ ਵਿੱਚ ਹੀ ਰੱਖ ਛੱਡਦਾ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਪਾਸ ਹੀ ਬੈਠ ਗਿਆ। ਮਹਾਰਾਜ, ਮੇਰੇ ਮਨ ਵਿੱਚ ਇੱਕ ਖਿਆਲ ਉੱਠਦਾ ਹੈ, ਪਹਿਲਾਂ ਖਿਮਾ ਮੰਗ ਲੈਂਦਾ ਹਾਂ, ਪਹਿਲਾਂ, ਕਿ ਫੁਰਨਾ ਚੰਗਾ ਨਹੀਂ, ਪਰ ਮੈਂ ਕੀ ਕਰਾਂ, ਤੁਹਾਡੇ ਪਾਸੋਂ ਛੁਪਾਇਆ ਵੀ ਛੁਪਾ ਨਾ ਸਕਾਂਗਾ, ਅਤੇ ਮੇਰੀ ਇਹ ਇਮਾਨਦਾਰੀ ਹੋਵੇਗੀ ਕਿ ਮੈਂ ਆਪ ਜੀ ਦੇ ਅੱਗੇ ਉਹ ਸਪਸ਼ਟ ਰੂਪ ਵਿੱਚ ਦੱਸ ਦੇਵਾਂ। ਸਤਿਗੁਰੂ ਜਾਣਦੇ ਅੰਤਰਜਾਮੀ ਸਨ, ਪਰ ਮੁਸਕਰਾ ਕੇ ਆਖਣ ਲੱਗੇ, ਦੱਸ ਤੇਰੇ ਮਨ ਵਿੱਚ ਕੀ ਖਿਆਲ ਹੈ? ਛੁਪਾਉਣ ਦੀ ਜ਼ਰੂਰਤ ਵੀ ਨਹੀਂ, ਬੋਲ। ਉਸਨੇ ਆਖਿਆ, ਜੀ ਐਵੇਂ ਖਿਆਲ ਆ ਗਿਆ ਹੈ, ਗਲਤ, ਮੈਂ ਫਿਰ ਖਿਮਾ ਚਾਹੁੰਦਾ। ਦੁਨੀਆ ਭਰ ਦਾ ਹੁਸਨ ਤੁਹਾਡੇ ਕਦਮਾਂ 'ਤੇ ਝੁਕਦਾ ਹੈ। ਵਾਹ ਵਾਹ, ਦੇਖਣ ਵਾਲੀ ਆਖੀਏ ਜੇ ਮੈਲ ਆ ਜਾਏ। ਦੁਨੀਆ ਭਰ ਦਾ ਹੁਸਨ ਤੁਹਾਡੇ ਕਦਮਾਂ 'ਤੇ ਝੁਕਦਾ ਹੈ, ਔਰ ਪਰ ਜਵਾਨੀ ਦੀ ਆਯੂ ਹੈ ਤੁਸਾਂ ਦੀ ਵੀ। ਕਦੀ ਮਨ ਵਿੱਚ ਫੁਰਨਾ ਗਲਤ ਨਹੀਂ ਉੱਠਦਾ, ਵਾਸਨਾ ਨਹੀਂ ਪੈਦਾ ਹੁੰਦੀ। ਮੈਂ ਸਮਝਣਾ ਫਿਰ ਵੀ ਇਸ ਬੱਚੇ ਵਿੱਚ ਇੱਕ ਬਹਾਦਰੀ ਸੀ ਕਿ ਇਹਨੇ ਛੁਪਾਇਆ ਨਹੀਂ, ਖਿਮਾ ਮੰਗ ਕੇ ਮਨ ਦਾ ਵਲਵਲਾ ਦੱਸ ਦਿੱਤਾ, ਔਰ ਉਹੀ ਇਸ ਦੀ ਜ਼ਿੰਦਗੀ ਸਵਾਰ ਗਿਆ। ਗੁਰੂ ਸੱਚ ਤੇ ਬੜਾ ਪ੍ਰਸੰਨ ਹੁੰਦਾ ਹੈ। ਸਤਿਗੁਰੂ ਹੱਸ ਪਏ, ਆਖਣ ਲੱਗੇ, ਭਾਈ ਤੇਰੇ ਮਨ ਵਿੱਚ ਖਿਆਲ ਆਇਆ ਹੈ, ਤੂੰ ਪੁੱਛ ਲਿਆ ਹੈ, ਸਾਨੂੰ ਕੋਈ ਗਿਲਾ ਥੋੜ੍ਹੀ ਹੈ। ਅਸਾਂ ਖੁਦ ਆਖਿਆ ਹੈ ਪੁੱਛ, ਔਰ ਤੈਨੂੰ ਜਵਾਬ ਵੀ ਜ਼ਰੂਰ ਦੇਣਾ ਹੈ। ਤੇਰੇ ਮਨ ਦਾ ਖਿਆਲ ਉੱਠਿਆ ਹੈ, ਤੂੰ ਦੱਸਿਆ ਹੈ, ਸਾਡਾ ਫਰਜ਼ ਬਣਦਾ ਹੈ ਤੇਰੀ ਗੱਲ ਦਾ ਜਵਾਬ ਦੇਵੀਏ। ਪਰ ਤੇਰੀ ਗੱਲ ਦਾ ਜਵਾਬ ਦਿੰਦਿਆਂ ਦਿੰਦਿਆਂ ਅਸਲੀ ਇੱਕ ਹੋਰ ਗੱਲ ਵੀ ਤੇਰੇ ਨਾਲ ਕਰਨੀ ਸੀ ਅਸਾਂ, ਉਹ ਨਾ ਰਹਿ ਜਾਏ। ਜੇ ਤੂੰ ਆਖੇ ਤੈਨੂੰ ਮਾਈਂਡ ਨਾ ਹੋਵੇ ਤਾਂ ਪਹਿਲਾਂ ਉਹ ਗੱਲ ਕਰ ਲਵਾਂ। ਤੇ ਇਹ ਕਿਵੇਂ ਆਖੇ ਕਿ ਨਹੀਂ ਜੀ? ਇਸ ਨੇ ਹੱਥ ਜੋੜੇ, ਮਹਾਰਾਜ ਜੋ ਬਚਨ ਤੁਸੀਂ ਕਰਨਾ ਚਾਹੁੰਦੇ ਹੋ ਪਹਿਲੇ ਕਰ ਲਓ, ਮੇਰੇ ਸਵਾਲ ਦਾ ਜਵਾਬ ਬਾਅਦ ਵਿੱਚ ਸਹੀ। ਅੱਗੇ ਵੀ ਤਾਂ ਮੈਂ ਕੁਝ ਦਿਨਾਂ ਤੋਂ ਸੋਚ ਰਿਹਾ ਹਾਂ, ਇੰਨੇ ਦਿਨ ਲੰਘ ਗਏ, ਦਲੇਰੀ ਨਹੀਂ ਕਰ ਰਿਹਾ ਸਾਂ ਆਪ ਜੀ ਨੂੰ ਦੱਸਣ ਦੀ ਕਿ ਮੇਰਾ ਫੁਰਨਾ ਬਣ ਰਿਹਾ ਹੈ। 2 ਪਲ ਹੋਰ ਲੰਘ ਜਾਣਗੇ, ਫਿਰ ਕੀ ਹੋਇਆ? ਤੁਸੀਂ ਪਹਿਲੇ ਆਪਣਾ ਬਚਨ ਕਰੋ।
ਸਤਿਗੁਰੂ ਜੀ ਨੇ ਆਖਿਆ, ਤੇਰੇ ਮਸਤਕ ਵੱਲ ਦੇਖ ਕੇ ਇੰਜ ਪ੍ਰਤੀਤ ਹੋਇਆ ਹੈ ਕਿ ਤੇਰੀ ਉਮਰ ਕੇਵਲ 7 ਦਿਨ ਦੀ ਹੈ। ਅੱਜ ਤੋਂ 7ਵੇਂ ਦਿਨ ਸ਼ਾਮ ਦੇ ਸੂਰਜ ਢਲਣ ਨਾਲ ਪ੍ਰਾਣ ਪੰਖੇਰੂ ਉੱਡ ਜਾਣ ਦਾ ਖਤਰਾ ਹੈ। ਮੌਤ ਕਾਬਜ ਹੋ ਸਕਦੀ ਹੈ। ਇਸ ਨੂੰ ਤਰੇਲੀਆਂ ਆ ਗਈਆਂ। ਜਿਸ ਨੂੰ ਪਤਾ ਹੋਵੇ ਦਿਨ 7 ਹੀ ਨੇ, ਬਦਲ ਜਾਏਗਾ, ਘਬਰਾ ਉੱਠਿਆ। ਸਾਹਿਬ ਕਹਿਣ ਲੱਗੇ, ਬੜਾ ਜ਼ਰੂਰੀ ਸੀ ਤੇਰੀ ਜ਼ਿੰਦਗੀ ਦਾ ਮਸਲਾ ਤੈਨੂੰ ਦੱਸ ਦੇ। ਹੁਣ ਤੂੰ ਇੱਕ ਵਾਰੀ ਸਵਾਲ ਦੁਬਾਰਾ ਕਰ, ਦੁਹਰਾ, ਤੇ ਮੈਂ ਜਵਾਬ ਦੇ ਦੇਣਾ। ਹੁਣ ਸਵਾਲ ਕੌਣ ਕਰੇ? ਘਬਰਾਹਟ ਤਾਂ ਹੋ ਗਈ। 7 ਦਿਨ ਤਾਂ ਇੰਜ ਗਏ, ਇੰਜ ਗਏ। ਮੌਤ ਸਿਰ ਤੇ ਖੜੀ ਪ੍ਰਤੀਤ ਹੋਣ ਲੱਗ ਪਈ। ਮਹਾਰਾਜ, ਮੇਰੀ ਤਬੀਅਤ ਹੁਣੇ ਹੀ ਖਰਾਬ ਹੋ ਰਹੀ ਹੈ। ਕੱਚੀਆਂ ਤਰੇਲੀਆਂ ਆਉਂਦੀਆਂ ਨੇ। ਜਿਸ ਦਿਨ ਠੀਕ ਹੋਇਆ ਉਸ ਦਿਨ ਫਿਰ ਸਹੀ ਮੈਨੂੰ ਘਰ ਜਾਣ ਦੀ ਆਗਿਆ ਦਿਓ। ਹਜ਼ੂਰ ਨੇ ਆਖਿਆ, ਤੇਰੀ ਮੌਜ, ਅਸੀਂ ਰੋਕਦੇ ਨਹੀਂ ਕਿਸੇ ਨੂੰ ਵੀ। ਇਹ ਘਰ ਚਲਾ ਗਿਆ, ਜਾ ਮੰਜੇ ਤੇ ਲੇਟਿਆ। ਮੌਤ ਦੀ ਚਿੰਤਾ ਨੇ ਸੱਚਮੁੱਚ ਬਿਮਾਰ ਕਰ ਦਿੱਤਾ। ਆਖਦੇ ਨੇ ਹਫ਼ਤਾ ਭਰ ਮੁੜ ਕੇ ਆਇਆ ਨਹੀਂ, ਬੈੱਡ ਤੇ ਹੀ ਰਿਹਾ। ਸਤਿਗੁਰੂ ਜੀ ਨੇ ਇਹ ਨਹੀਂ ਸੀ ਕਿਹਾ ਕਿ ਤੂੰ 7ਵੇਂ ਦਿਨ ਮਰ ਜਾਣਾ ਹੈ। ਹਜ਼ੂਰ ਆਖਦੇ ਸਨ, ਖਤਰਾ ਹੈ, ਮੌਤ ਆ ਸਕਦੀ ਹੈ। ਜੇ ਆਖ ਦਿੰਦੇ ਇਸ ਨੂੰ ਕਿ ਇਸੇ ਪਲ ਆ ਸਕਦੀ ਹੈ, ਤਾਂ ਸ਼ਾਇਦ ਇਸ ਦੀ ਸਮਝ ਵਿੱਚ ਇੰਨੀ ਅਜੇ ਸੁਰਤ ਬਾਰੀਕ ਨਹੀਂ ਸੀ। ਹਫ਼ਤੇ ਦਾ ਵਕਤ ਵੀ ਦੇ ਦਿੱਤਾ। ਇਹ ਆਇਆ ਨਹੀਂ ਵਾਪਸ। 7ਵੇਂ ਦਿਨ ਸੂਰਜ ਛੁਪਣ ਦੇ ਵੇਲੇ ਨੂੰ ਸਤਿਗੁਰੂ ਆਪ ਚੱਲ ਕੇ ਇਸ ਦੇ ਘਰ ਗਏ। ਡਿੱਠਾ ਘਰ ਦੇ ਜੀਅ ਵੀ ਇਕੱਠੇ ਹੋਏ ਨੇ, ਕੁਰਲਾਹਟ ਮਚੀ ਹੋਈ ਹੈ। ਪਤਾ ਨਹੀਂ ਕਿਸ ਪਲ ਪ੍ਰਾਣ ਪੰਖੇਰੂ ਉੱਡ ਜਾਣ। ਉਸ ਦਿਨ ਦਾ ਕੋਈ ਚੱਜ ਨਾਲ ਭੋਜਨ ਨਹੀਂ ਕੀਤਾ। ਮੌਤ ਤਾਂ ਮੌਤ ਹੈ, ਕਿਸੇ ਨੂੰ ਬਖਸ਼ਦੀ ਨਹੀਂ। ਸਤਿਗੁਰੂ ਗਏ, ਸਾਰਿਆਂ ਨੂੰ ਧੀਰਜ ਬੱਝਾ। ਹਜ਼ੂਰ ਆਪ ਆਏ ਨੇ, ਕੋਈ ਨਾ ਕੋਈ ਕਿਰਪਾ ਹੋ ਜਾਏਗੀ। ਸਤਿਗੁਰੂ ਗਏ, ਇਸ ਦੇ ਪਾਸ ਬੈਠ ਗਏ। ਬਾ ਮੁਸ਼ਕਿਲ ਕਮਜ਼ੋਰ ਹੋ ਚੁੱਕੇ ਸਰੀਰ ਨੇ ਚਰਨ ਪਰਸੇ। ਸਤਿਗੁਰੂ ਪਾਸ ਬੈਠ ਕੇ ਆਖਣ ਲੱਗੇ, ਤੂੰ ਕਿੰਜ? ਕਹਿਣ ਲੱਗਾ, ਜੀ ਕਿੰਜ ਦਾ ਕੀ ਸਵਾਲ, ਸੂਰਜ ਛਿਪਣ ਵਾਲਾ ਹੈ। ਹੁਣ ਤਾਂ 4 ਚੁਫੇਰੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਮੌਤ ਹੀ ਮੌਤ ਹੈ। ਹਜ਼ੂਰ ਆਖਣ ਲੱਗੇ, ਅੱਜ ਤੇਰੇ ਪਾਸੋਂ ਇੱਕ ਸਵਾਲ ਪੁੱਛਣਾ ਹੈ। ਮੇਰੇ ਅੰਦਰ ਵੀ ਇੱਕ ਫੁਰਨਾ ਆਇਆ ਹੈ, ਉਸ ਦਾ ਜਵਾਬ ਦੇ। ਘਰ ਦੇ ਜੀਅ ਵੀ ਦੇਖ ਰਹੇ ਨੇ। ਇਸ ਨੇ ਕਿਹਾ, ਜੀ ਕੀ ਹੁਕਮ ਹੈ? ਹਜ਼ੂਰ ਆਖਣ ਲੱਗੇ, ਇਹਨਾਂ 7 ਦਿਨਾਂ ਵਿੱਚ ਤੇਰੇ ਮਨ ਅੰਦਰ ਕਿੰਨੇ ਵਿਕਾਰ ਆਏ? ਕਿੰਨੇ ਵਿਕਾਰ ਆਏ? ਜਵਾਬ ਸੁਭਾਵਕ ਸੀ, ਮਹਾਰਾਜ, ਵਿਕਾਰ? ਮੌਤ ਸਿਰ ਤੇ ਖੜੀ ਹੋਵੇ, ਹਫ਼ਤਾ ਇੱਕ ਹੋਵੇ ਜ਼ਿੰਦਗੀ, ਤੇ ਧਿਆਨ ਵਿਕਾਰਾਂ ਵੱਲ। ਰੱਬ ਰੱਬ ਹੀ ਕਰਦਾ ਰਿਹਾ। ਸਤਿਗੁਰੂ ਕਹਿਣ ਲੱਗੇ, ਮੌਤ ਕੋਈ ਆ ਤਾਂ ਨਹੀਂ ਗਈ, ਪਰ ਇਹ ਤੇਰੇ ਸਵਾਲ ਦਾ ਇੱਕ ਪ੍ਰੈਕਟੀਕਲ ਰੂਪ ਵਿੱਚ ਦਿੱਤਾ ਗਿਆ ਜਵਾਬ ਹੈ। ਜਿਸ ਨੂੰ 7 ਦਿਨ ਬਾਅਦ ਵੀ ਮੌਤ ਦਿਸਦੀ ਹੈ ਨਾ, ਉਹ ਵੀ ਰੱਬ ਰੱਬ ਕਰਨ ਲੱਗ ਪੈਂਦਾ ਹੈ ਤੇ ਵਿਕਾਰਾਂ ਵੱਲ ਨਹੀਂ ਜਾਂਦਾ। ਤੇ ਸਾਨੂੰ ਤਾਂ ਮਿੱਤਰਾ ਹਰ ਪਲ ਮੌਤ ਯਾਦ ਹੈ, ਹਰ ਪਲ। ਇਸ ਗੁਰੂ ਨਾਨਕ ਦੇ ਦਰ ਦੀ ਤਾਂ ਆਵਾਜ਼ ਹੀ ਇਹ ਹੈ, ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਇੱਕ ਸਵਾਸ ਦਾ ਭਰੋਸਾ ਨਹੀਂ। ਤੇਰੀ ਸਮਝ ਦਾ ਮਿਆਰ ਇੰਨਾ ਸੀ, ਅਸਾਂ 7 ਦਿਨ ਤੈਨੂੰ ਦੱਸੇ। ਸਾਨੂੰ ਹਰ ਪਲ ਇਸ ਗੱਲ ਦਾ ਧਿਆਨ ਹੈ। ਕੌਣ ਜਾਣੇ, ਹਰ सांस पे गुमा है कहीं आखिरी ना हो।
ਇਹੀ ਸਵਾਸ ਆਖਰੀ ਨਾ ਹੋਵੇ। ਵਿਕਾਰ ਕਿਵੇਂ ਉੱਠ ਸਕਦੇ ਨੇ? ਉੱਠ, ਤੂੰ ਠੀਕ ਠਾਕ ਹੈ। ਮੌਤ ਯਾਦ ਰਹੇ ਤੇ ਮਾਲਕ ਯਾਦ ਰਹਿੰਦਾ ਹੈ। ਕਬੀਰ ਜੀ ਨੇ ਦੋਹਾਂ ਦਾ ਇੱਥੇ ਇਕੱਠਾ ਸੁਮੇਲ ਸਾਨੂੰ ਸ਼ਲੋਕਾਂ ਵਿੱਚ ਦਿਖਾਇਆ। ਆਖਣ ਲੱਗੇ, ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਤੂੰ ਗਫਲਤ ਵਿੱਚ ਸੁੱਤਿਆ ਹੋਇਆ, ਮੌਤ ਕੋਈ ਦੂਰ ਥੋੜ੍ਹੀ ਏ। ਇੱਕ ਦਿਨ ਲੰਬੇ ਗੋਡੇ ਪਸਾਰ ਕੇ ਲੱਤਾਂ ਸਿੱਧੀਆਂ ਕਰਕੇ ਸੌਂ ਜਾਣਾ ਹੈ ਮਿੱਤਰਾ। ਦੁਨੀਆ ਉਠਾਉਣਾ ਵੀ ਚਾਹੇਗੀ ਤਾਂ ਉੱਠ ਨਾ ਸਕੇਗਾ। ਹੁਣ ਤਾਂ ਜਾਗ, ਉਸ ਮਾਲਕ ਨੂੰ ਚੇਤੇ ਕਰ ਜਿਸ ਨੇ ਜੀਵਨ ਬਖਸ਼ਿਆ ਹੈ। ਇਸ ਤੋਂ ਅਗਲੇ ਸ਼ਲੋਕ ਵਿੱਚ ਵੀ ਕਬੀਰ ਜੀ ਨੇ ਬਿਲਕੁਲ ਉਸੇ ਢੰਗ ਨਾਲ ਪੰਗਤੀ ਪਹਿਲੀ ਉਚਾਰੀ। ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਔਰ ਜਾਗ, ਜਾ ਕੇ ਸੰਗ ਤੇ ਵਿਛੁਰਾ, ਤਾਹੀ ਕੇ ਸੰਗ ਲਾਗ। ਉੱਠ ਭੋਲਿਆ, ਸੁੱਤਾ ਕੀ ਕਰ ਰਿਹਾ ਹੈ? ਕਿਉਂ ਜ਼ਿੰਦਗੀ ਨੂੰ ਬਰਬਾਦ ਕਰੀ ਜਾਂਦਾ ਹੈ? ਉਮਰ ਅਜਾਈਂ ਲੰਘ ਰਹੀ ਹੈ। ਬੈਠ, ਸਾਵਧਾਨ ਹੋ, ਹੁਸ਼ਿਆਰ ਹੋ, ਸੁਚੇਤ ਹੋ। ਜਿਸ ਮਾਲਕ ਤੋਂ ਟੁੱਟਾ ਹੈ ਉਸ ਦੀ ਯਾਦ ਵਿੱਚ ਜੁੜ ਇਹੀ ਜਾਗਣਾ ਹੈ। ਜਾ ਕੇ ਸੰਗ ਤੇ ਵਿਛੁਰਾ, ਤਾਹੀ ਕੇ ਸੰਗ ਲਾਗ। ਸੱਚ ਦੇਖ ਦੁਨੀਆ ਦਾ, ਇਹ ਦੁਨੀਆ ਕਿਸੇ ਦੀ ਨਹੀਂ ਬਣੀ। ਕੋਈ ਵੀ ਪਦਾਰਥ ਜਾਂ ਪ੍ਰਾਣੀ ਸਦਾ ਥਿਰ ਰਹਿਣ ਵਾਲਾ ਨਹੀਂ। ਬੈਠਾ ਰਹੋ ਔਰ ਜਾਗ, ਸਾਵਧਾਨ ਹੋ, ਸੁਚੇਤ ਹੋ, ਮਾਲਕ ਦੀ ਯਾਦ ਵਿੱਚ ਜੁੜ। ਜਾ ਕੇ ਸੰਗ ਤੇ ਵਿਛੁਰਾ, ਤਾਹੀ ਕੇ ਸੰਗ ਲਾਗ। ਜਿਸ ਮਾਲਕ ਤੋਂ ਟੁੱਟ ਗਿਆ ਹੈ ਉਸ ਦੇ ਸੰਗ ਜੁੜ ਜਾ। ਤੈਨੂੰ ਜੁੜਨ ਦੀ ਜੁਗਤ ਵੀ ਸਮਝਾ ਦਿੰਦਾ ਹਾਂ। ਕਬੀਰ ਜੀ ਨੇ 130ਵੇਂ ਸ਼ਲੋਕ ਵਿੱਚ ਉਸ ਜੁਗਤ ਦਾ ਜ਼ਿਕਰ ਕੀਤਾ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ। ਤੁਰਿਆ ਚੱਲ, ਮਾਰਗ ਲਾਗਾ ਜਾਓ, ਇਸ ਰਾਹ ਤੇ ਤੁਰਿਆ ਰਹੋ। ਸੰਤ ਦੀ ਗੈਲ ਨਾ ਛੱਡੀ, ਉਹ ਰਸਤਾ ਜਿਸ ਤੇ ਸੰਤ ਤੁਰੇ ਨੇ ਉਹ ਰਾਹ ਨਾ ਛੱਡ ਬੈਠੀ। ਸੰਤ ਦਾ ਮਾਰਗ ਚੁਣ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਸੰਤ ਜਨ ਗੁਰਮੁਖਾਂ ਦੀ ਸੰਗਤ ਕਰਦਿਆਂ ਹੀ ਤੇਰਾ ਮਨ ਪਵਿੱਤਰ ਹੋ ਜਾਏਗਾ। ਮਨ ਪਵਿੱਤਰ ਹੋ ਜਾਂਦਾ ਹੈ। ਉਹਨਾਂ ਦੇ ਪਾਸ ਬੈਠਿਆਂ ਸਿਮਰਨ ਕਰਨ ਦੀ ਜੁਗਤ ਮਿਲਦੀ ਹੈ, ਰੰਗ ਚੜ੍ਹਦਾ ਹੈ। ਤੂੰ ਵੀ ਸੰਗ ਕਰ, ਇਹ ਰਾਹ ਨਾ ਛੱਡੀ। ਸਾਧੂ ਦੇ ਇਹੀ ਤਾਂ ਕੰਮ ਹਨ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਧੂ ਦਾ ਸਰੂਪ ਬਿਆਨ ਕੀਤਾ, ਸਾਧੂ ਦੇ ਲੱਛਣ ਲਿਖੇ, ਉੱਥੇ ਕਿਸੇ ਚੋਲੇ ਦਾ, ਕਿਸੇ ਖਾਸ ਰੰਗ ਦਾ ਜ਼ਿਕਰ ਨਹੀਂ। ਲੱਤਾਂ ਨੰਗੀਆਂ ਨੇ ਕਿ ਚੂੜੀਦਾਰ ਪਜਾਮਾ ਹੈ ਕਿ ਧੋਤੀ ਬੰਨੀ ਹੈ, ਨਹੀਂ, ਕੋਈ ਫਰਕ ਨਹੀਂ। ਅਣਸੀਤਾ ਕੱਪੜਾ ਪਾਉਣਾ ਹੀ ਕਈ ਲੋਕ ਸਮਝਦੇ ਨੇ ਮਹਾਤਮਾ ਦਾ ਕੰਮ ਹੈ। ਸਤਿਗੁਰੂ ਜੀ ਨੇ ਉਸ ਕਰਮ ਕਾਂਡ ਵਿੱਚੋਂ, ਭੁਲੇਖੇ ਚੋਂ ਕੱਢਣ ਲਈ ਕਛਹਿਰਾ ਲਾਜ਼ਮੀ ਕਰਾਰ ਦਿੱਤਾ ਖਾਲਸੇ ਨੂੰ, ਜੋ ਸੀਤੇ ਬਿਨ ਬਣਦਾ ਹੀ ਨਹੀਂ। ਭਰਮ ਦੀ ਦੁਨੀਆ ਵਿੱਚੋਂ ਮੁਕਤ ਕਰਨਾ ਸੀ। ਸਤਿਗੁਰੂ ਜੀ ਨੇ ਲਿਬਾਸ ਦੀ ਚਰਚਾ ਹੀ ਨਹੀਂ ਕੀਤੀ, ਬਲਕਿ 6 ਨਿਸ਼ਾਨੀਆਂ ਸਾਧੂ ਦੀਆਂ ਉਚੇਚੇ ਤੌਰ ਤੇ ਹਜ਼ੂਰ ਨੇ ਬਿਆਨੀਆਂ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਮੰਤਰ ਜਪਦੇ ਨੇ, ਰਮੇ ਹੋਏ ਪਰਮਾਤਮਾ ਦਾ ਨਾਮ ਉਸ ਦਾ ਜਪਦੇ ਨੇ, ਤੇ ਜੇ ਧਿਆਨ ਨਾ ਹੋਵੇ ਤਾਂ ਜਪਣਾ ਅਧੂਰਾ ਹੈ। ਇਸ ਲਈ ਇੱਕ ਗੁਣ ਵਿੱਚ 2 ਚੀਜ਼ਾਂ ਸ਼ਾਮਲ ਕੀਤੀਆਂ ਕਿ ਜਪਦੇ ਨੇ ਨਾਮ ਉਸ ਦਾ, ਧਿਆਨ ਉਸ ਵਿੱਚ ਜੋੜ ਕੇ। ਧਿਆਨੰ ਸਰਬਤਰ ਪੂਰਨ ਹੈ। ਗਿਆਨੰ ਸਮ ਦੁੱਖ ਸੁਖੰ, ਜੁਗਤ ਨਿਰਮਲ ਨਿਰਵੈਰਨ। ਸੁੱਖ ਦੁੱਖ ਬਰਾਬਰ ਜਾਣਨ ਵਾਲੇ
ਸਾਧੂ ਜਨਾਂ ਦੀ ਜੁਗਤੀ ਮੈਲ ਤੋਂ ਮੁਕਤ ਹੈ, ਕਿਸੇ ਨਾਲ ਕੋਈ ਵੈਰ ਨਹੀਂ। ਇਹ ਦੂਜਾ ਗੁਣ। ਦਇਆਲੰ ਸਰਬੱਤਰ ਜੀਆ, ਪੰਚ ਦੋਖ ਬਿਵਰਜਿਤ ਹੈ। ਸਾਰਿਆਂ ਤੇ ਦਇਆ ਕਰਦੇ ਨੇ। ਦਇਆ ਸਭ ਤੇ ਤਾਂ ਕੀਤੀ ਜਾ ਸਕਦੀ ਏ ਜੇ ਸਭ ਵਿਤਕਰੇ ਮੁਕਾ ਦਿੱਤੇ ਹੋਣ, ਤੇ ਉਹ ਮੋਹ ਵੀ ਵਿਤਕਰਾ ਪਾਉਂਦਾ ਹੈ, ਹੰਕਾਰ ਵੀ ਵਿਤਕਰਾ ਪਾਉਂਦਾ ਹੈ, ਲਾਲਚ ਵੀ ਪਾਉਂਦਾ ਹੈ। ਉਹ ਪੰਜੇ ਦੋਖ ਛੱਡ ਦਿੱਤੇ ਨੇ। ਪੰਚ ਦੋਖ ਬਿਵਰਜਿਤ ਹੈ। ਭੋਜਨੰ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਿਤਾ ਹੈ। ਚੌਥਾ ਗੁਣ ਵਿਸ਼ੇਸ਼ ਇਹ ਕਿ ਖੁਰਾਕ ਰੂਹ ਦੀ ਉਹਨਾਂ ਨੂੰ ਭੁੱਲੀ ਨਹੀਂ। ਨਿਰੰਕਾਰ ਦਾ ਭਜਨ ਉਹਨਾਂ ਨੇ ਰੂਹ ਦੀ ਖੁਰਾਕ ਬਣਾਇਆ ਹੈ, ਪ੍ਰਭੂ ਕੀਰਤਨ। ਤੇ ਜਦੋਂ ਅੰਦਰਲੀ ਖੁਰਾਕ ਵੱਲ ਸੁਰਤ ਲੱਗ ਜਾਏ, ਫਿਰ ਬਾਹਰ ਦੀਆਂ ਦੌੜਾਂ ਜਿਹੜੀਆਂ ਨੇ ਉਹ ਮੁੱਕ ਜਾਂਦੀਆਂ ਨੇ। ਜ਼ਰੂਰਤਾਂ ਪੂਰੀਆਂ ਹਰ ਇਨਸਾਨ ਦੀਆਂ ਹੋ ਸਕਦੀਆਂ ਹਨ, ਪਰ ਤ੍ਰਿਸ਼ਨਾ ਕਿਸੇ ਦੀ ਪੂਰੀ ਨਹੀਂ ਹੋ ਸਕਦੀ। ਸਾਧੂ ਅਲਪ ਮਾਇਆ ਵਿੱਚ ਰਹਿੰਦਾ, ਨਿਰਲੇਪ, ਜਿਵੇਂ ਕਮਲ ਪਾਣੀ ਵਿੱਚ। ਉਪਦੇਸ਼ੰ ਸਮ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ। ਉਸਨੂੰ ਪ੍ਰਮਾਤਮਾ ਦੀ ਭਗਤੀ ਭਾਉਂਦੀ ਹੈ, ਤੇ ਜਦੋਂ ਪਿਆਰੀ ਲੱਗਦੀ ਹੈ ਭਗਤੀ, ਉਹ ਵੰਡਦਾ ਵੀ ਹੈ। ਕੋਈ ਦੁਸ਼ਮਣੀ ਵੀ ਸਾਧੂ ਨਾਲ ਕਮਾਉਂਦਾ ਹੈ, ਸਾਧੂ ਉਸ ਨੂੰ ਵੀ ਉਹ ਗਿਆਨ ਹੀ ਵੰਡਦਾ ਹੈ ਜਿਹੜਾ ਮਿੱਤਰ ਨੂੰ, ਕਿਉਂਕਿ ਭਗਤੀ ਉਸ ਨੂੰ ਖੁਦ ਨੂੰ ਪਾ ਗਈ ਹੈ। ਉਹ ਪਿਆਰੀ ਵਸਤੂ ਚਾਹੁੰਦਾ ਹਰ ਇੱਕ ਦੇ ਹਿਰਦੇ ਵਿੱਚ ਵਸ ਜਾਏ। ਉਪਦੇਸ਼ੰ ਸਮ ਮਿੱਤਰ ਸਤਰੈ, ਭਗਵੰਤ ਭਗਤ ਭਾਵਨੀ। ਛੇਵਾਂ ਗੁਣ, ਪਰ ਨਿੰਦਾ ਨਹਿ ਸਰੋਤ ਸ਼ਰਵਣੰ, ਆਪ ਤਿਆਗ ਸਗਲ ਰੇਣੁਕੈ। ਪਰਾਈ ਨਿੰਦਿਆ ਸੁਣਦਾ ਨਹੀਂ ਸਾਧੂ ਕਦੀ ਵੀ, ਕਰਨੀ ਤਾਂ ਦੂਰ ਦੀ ਗੱਲ, ਕੰਨੀ ਵੀ ਨਹੀਂ ਪੈਣ ਦਿੰਦਾ। ਜਿੰਨੀ ਦੇਰ ਅੰਦਰ ਹੰਕਾਰ ਹੋਵੇ, ਓਨੀ ਦੇਰ ਦੂਜੇ ਦੀ ਨਿੰਦਿਆ ਸਾਨੂੰ ਚੰਗੀ ਲੱਗਦੀ ਹੈ, ਕਿਉਂਕਿ ਹੰਕਾਰ ਨੂੰ ਬਲ ਮਿਲਦਾ ਹੈ, ਮੈਂ ਬਿਹਤਰ ਹਾਂ ਦੂਜੇ ਨਾਲੋਂ। ਪਰ ਸਾਧੂ ਨੇ ਤਾਂ ਆਪਾ ਤਿਆਗ ਦਿੱਤਾ ਹੈ, ਸਗਲ ਰੇਣੁਕੈ ਹੋ ਗਿਆ, ਨਿੰਦਾ ਕਿਸ ਦੀ ਸੁਣੇਗਾ। ਖਟ ਲਖਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ 6 ਪੂਰਨ ਪੁਰਖ ਦੀਆਂ ਨਿਸ਼ਾਨੀਆਂ ਹਨ। ਉਸ ਨੂੰ ਸਾਧੂ ਆਖਿਆ ਜਾ ਸਕਦਾ ਹੈ, ਉਹ ਸੰਤ ਹੈ। ਐਸੇ ਪੁਰਸ਼ਾਂ ਦੀ ਸੰਗਤ ਕਰਨੀ ਹੈ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਾਠੀਲਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਹਨ। ਕਬੀਰ ਜੀ ਵੀ ਕਹਿੰਦੇ ਨੇ, ਕਬੀਰ ਸੰਤ ਕੀ ਗੈਲ ਨਾ ਛੋਡੀਐ, ਸੰਤ ਦਾ ਰਾਹ ਨਾ ਛੱਡੀ। ਇਸ ਰਾਹ ਤੁਰਿਆ ਚੱਲ ਜਿਸ ਤੇ ਗੁਰਮੁਖ ਤੁਰੇ ਨੇ, ਪੇਖਤ ਹੀ ਪੁਨੀਤ ਹੋਏ। ਸਾਧੂ ਦੇ ਦੀਦਾਰ ਹੀ ਤੈਨੂੰ ਪਵਿੱਤਰਤਾ ਬਖਸ਼ ਦੇਣਗੇ। ਤੇ ਜੇ ਸੰਗ ਬੈਠ ਕੇ ਸੰਗੀ ਬਣ ਗਿਓ, ਭੇਟਤ ਜਪੀਐ ਨਾ। ਸਿਮਰਨ ਦਾ ਰੰਗ ਵੀ ਤੇਰੇ ਅੰਦਰ ਭਰ ਜਾਏਗਾ, ਪਵਿੱਤਰ ਹੋ ਜਾਏਗਾ। ਇਹੀ ਤਾਂ ਗੁਰਮੁਖਾਂ ਦੀ ਮਿਲਾਪ ਦੀ ਖੂਬੀ ਹੈ। ਰੋਮ ਰੋਮ ਵਿੱਚੋਂ ਅੰਮ੍ਰਿਤ ਬਰਸਦਾ ਹੈ। ਕਿਸੇ ਕੁਕਰਮ ਵੱਲ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਫਾਰਿਗ ਅੰਧ ਅਸ ਬੁਗਜ਼ੋ, ਕੀਨਾਓ ਅਸ ਹਸਤ, ਬਰਨਮੋ ਆਯਦ ਜੇ ਏਜ਼ਾਂ ਅਫਿਆਲ ਬਦ। ਭਾਈ ਨੰਦ ਲਾਲ ਜੀ ਕਹਿੰਦੇ ਹਨ, ਸੰਤ ਵੈਰ ਵਿਰੋਧ ਈਰਖਾ ਤੋਂ ਪਰੇ ਹੁੰਦੇ ਨੇ। ਕੁਕਰਮ ਦਾ ਕੋਈ ਸਵਾਲ ਹੀ ਨਹੀਂ। ਤੇ ਜੇ ਉਹਨਾਂ ਦੀ ਸੰਗਤ ਵਿੱਚ ਤੂੰ ਜੁੜ ਗਿਓ, ਤੇਰੇ ਅੰਦਰ ਵੀ ਇਹ ਖੂਬੀਆਂ ਆ ਜਾਣਗੀਆਂ। ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਮ। 131ਵੇਂ ਸ਼ਲੋਕ ਅੰਦਰ ਕਬੀਰ ਜੀ ਕਹਿੰਦੇ ਨੇ, ਦੂਜਾ ਪਾਸਾ ਵੀ ਧਿਆਨ ਵਿੱਚ ਰੱਖ ਲਈ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕੱਛ ਲਾਗੈ ਦਾਗ। ਇੱਕ ਪਾਸੇ ਪ੍ਰੇਰਨਾ ਕੀਤੀ ਹੈ, ਜਾ ਕੇ ਸੰਗ ਤੇ ਵਿਛਰਾ, ਤਾਹੀ ਕੇ ਸੰਗ ਲਾਗ। ਜਾਗ ਤੇ ਨਿਰੰਕਾਰ ਨਾਲ ਜੁੜ।
ਨਾਲ ਸਾਵਧਾਨ ਕੀਤਾ ਹੈ, ਸਾਕਤ ਦੀ ਸੰਗਤ ਭੁੱਲ ਕੇ ਵੀ ਨਾ ਕਰੀ। ਸਾਕਤ ਹੈ ਜੋ ਰੱਬ ਤੋਂ ਉਲਟੇ ਪਾਸੇ ਵੱਲ ਤੁਰ ਪਿਆ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਰਮਾਇਆ, ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ, ਤੇ ਸਾਕਤ ਨਰ ਜਮ ਘੁੱਟੀਐ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨ ਕੈ ਨਿਕਟ ਨਾ ਪਿਟੀਐ। ਉਹਨਾਂ ਦੇ ਨੇੜੇ ਵੀ ਨਾ ਜਾਈ। ਉਹ ਆਪ ਕੂੜਿਆਰ ਹਨ ਤੇ ਉਹ ਕੂੜ ਦਾ ਹੀ ਪ੍ਰਚਾਰ ਤੇਰੇ ਤੱਕ ਪਹੁੰਚਾ ਦੇਣਗੇ। ਦੂਰ ਜਾਈਏ ਭਾਗ, ਕਬੀਰ ਜੀ ਕਹਿੰਦੇ ਨੇ ਐਸੇ ਬੰਦਿਆਂ ਤੋਂ ਦੂਰ ਹਟ ਜਾਣਾ ਚਾਹੀਦਾ ਹੈ। ਜੇ ਕਿਸੇ ਕਾਲੇ ਭਾਂਡੇ ਨੂੰ ਛੋਵਾਂਗੇ ਤਾਂ ਦਾਗ ਲੱਗੇਗਾ ਹੀ, ਥੋੜਾ ਲੱਗੇ ਬਹੁਤਾ ਲੱਗੇ, ਲੱਗੇਗਾ ਜ਼ਰੂਰ। ਬਾਸਨ ਕਾਰੋ ਪਰਸੀ ਹੈ ਤੋ ਕੱਛ ਲਾਗੈ ਦਾਗ। ਵਾਹਿਗੁਰੂ ਜੀ ਕਿਰਪਾ ਕਰਨ, ਅਸੀਂ ਇਸ ਬਾਸਨਕਾਰੋ ਤੋਂ, ਕਾਲੇ ਬਰਤਨ ਦੇ ਛੋਹਣ ਤੋਂ ਬਚ ਜਾਈਏ ਤੇ ਮਾਲਕ ਦੇ ਰੰਗ ਵਿੱਚ ਜੁੜ ਕੇ ਜ਼ਿੰਦਗੀ ਨੂੰ ਪਵਿੱਤਰ ਬਣਾ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।